ਗੁਰਪੁਰਬ ਮਨਾ ਰਹੇ ਹਾਂ, ਕੀ ਅਸੀਂ ਜਾਣਨਾ ਚਾਹੁੰਦੇ ਹਾਂ ਜਾਂ ਮਨਾਏ ਪਹਿਲੇ ਗੁਰੂ ਨਾਨਕ ਦੇਵ ਜੀ ਦਾ ਮਨਾਇਆ, ਫਿਰ ਹੋਰ ਵੀ ਹੁਣ ਅਸੀਂ ਮਨਾਏ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰਬ ਮਨਾਇਆ। ਹੁਣ ਅੱਜ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਗੁਰਪੁਰਬ ਮਨਾ ਰਹੇ ਹਾਂ। ਤੇ ਕਿਸ ਲਈ ਮਨਾ ਰਹੇ ਹਾਂ? ਅਲੱਗ ਅਲੱਗ ਮਤਲਬ ਲੋਕੀ ਗੁਰਦੁਆਰਿਆਂ ਵਿੱਚ ਵੀ ਮਨਾ ਰਹੇ ਨੇ। ਜ਼ੂਮ ਸੈਸ਼ਨ ਤੇ ਮੈਨੂੰ ਨਹੀਂ ਪਤਾ ਕੋਈ ਮਨਾ ਰਿਹਾ ਕਿ ਨਹੀਂ ਮਨਾ ਰਿਹਾ, ਗੁਰਦੁਆਰੇ 'ਚ ਤੇ ਮਨਾਇਆ ਹੀ ਜਾ ਰਿਹਾ ਹੈ। ਔਰ ਪੂਰਾ ਦਿਨ ऑनलाइन शबद बानी चल रही है, हर एक गुरुद्वारे च लाइव प्रोग्राम चल रहा है। ਤੇ ਮਨਾਉਣ ਦਾ ਥੋੜਾ ਜਿਹਾ ਅਸੀਂ ਇਹ ਦੇਖਣਾ ਕਿ ਜਿੱਥੇ ਅਸੀਂ ਗੁਰਪੁਰਬ ਮਨਾ ਰਹੇ ਹਾਂ, ਅੱਛੀ ਗੱਲ ਹੈ, ਇਤਿਹਾਸ ਨੂੰ ਯਾਦ ਰੱਖਣਾ, ਆਪਣੀਆਂ ਜੜ੍ਹਾਂ ਨੂੰ ਭੁੱਲਣਾ ਨਹੀਂ, ਆਪਣੇ ਪੂਰਵਜ ਜਿਹੜੇ ਨੇ ਉਹਨਾਂ ਦੀਆਂ ਕੁਰਬਾਨੀਆਂ ਯਾਦ ਕਰਨਾ ਬਹੁਤ ਅੱਛੀ ਗੱਲ ਹੈ। ਲੇਕਿਨ ਉਹਨਾਂ ਤੋਂ ਅਸੀਂ ਸਿੱਖ ਕੀ ਰਹੇ ਹਾਂ, ਇਹ ਬਹੁਤ ਜ਼ਰੂਰੀ ਹੈ। ਅਗਰ ਅਸੀਂ ਕੁਝ ਸਿੱਖ ਹੀ ਨਹੀਂ ਰਹੇ ਤੇ ਫਿਰ ਅਸੀਂ ਕੀ ਮਨਾ ਰਹੇ ਹਾਂ? फिर तो वही हो गया, जिस तरह अपिंदर जी ने किया हैप्पी न्यू ईयर, जिस तरह मनाया है, बर्थडे मनाया, उसी तरह खाया पिया गुरपुरब मनाया और बस हो गया साडा गुरपुरब। और वही असी आज तक करते रहे हैं। लेकिन ये बहुत गहरियां गल्लां ने, बहुत गहरा जीवन ਦਾ ਵਿਗਿਆਨ ਹੈ ਜਿਹੜਾ ਸਾਨੂੰ ਗੁਰੂਆਂ ਨੇ ਦਿੱਤਾ, ਜਿਹੜਾ ਸਾਨੂੰ ਜੀਵਨ ਜੀਣ ਦੀ ਜਾਚ ਸਿਖਾਈ। ਅੱਜ ਇੱਕ ਛੋਟੀ ਜਿਹੀ ਵਰਕਸ਼ਾਪ ਅਸੀਂ ਅਟੈਂਡ ਕਰਨੇ ਆ, ਅਸੀਂ ਇੰਨੇ ਖੁਸ਼ ਹੋ ਜਾਂਦੇ ਆ ਕਿ ਵੀ ਇਹ ਤੇ ਕਮਾਲ ਦੀ ਸਾਨੂੰ ਨੌਲੇਜ ਮਿਲੀ ਹੈ। ਕਿਉਂ? ਕਿਉਂਕਿ ਅਸੀਂ ਆਪਣਾ ਬੈਗ ਖੋਲ ਕੇ ਦੇਖਿਆ ਹੀ ਨਹੀਂ ਕਿ ਸਾਡੇ ਖੁਦ ਦੇ ਬੈਗ ਵਿੱਚ ਕੀ ਹੈ। ਔਰ ਮੈਂ ਤੁਹਾਨੂੰ ਨਹੀਂ ਕਹਿ ਰਹੀ, ਮੇਰੀ ਵੀ ਇਹੀ ਹਾਲਤ ਸੀ ਧਿਆਨ ਤੋਂ ਪਹਿਲੇ। ਜੇ ਮੈਂ ਜਦਕਿ ਮੇਰੇ ਜਿਹੜੇ ਗ੍ਰੈਂਡ ਮਦਰ ਨੇ ਉਹ ਬ੍ਰਹਮ ਗਿਆਨੀ ਸੀ, ਸਾਡੇ ਘਰ ਗੁਰਪੁਰਬ ਕੋਈ ਵੀ ਹੁੰਦਾ ਸੀ, ਸ਼ਹੀਦੀ ਗੁਰਪੁਰਬ ਹੋਏ, ਪ੍ਰਕਾਸ਼ ਗੁਰਪੁਰਬ, ਪ੍ਰਕਾਸ਼ ਪੁਰਬ ਹੋਏ, ਜਨਮ ਅਸ਼ਟਮੀ, ਰਾਮਨਵਮੀ, ਸਾਡੇ ਘਰ ਬਹੁਤ ਮਨਾਇਆ ਜਾਂਦਾ ਸੀ। ਮਤਲਬ ਗੁਰੂ ਨਾਨਕ ਦੇਵ ਦਾ ਗੁਰਪੁਰਬ, ਗੁਰੂ ਗੋਬਿੰਦ ਸਿੰਘ ਜੀ ਦਾ, ਸਵੇਰੇ 7 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਸ਼ਬਦ ਕੀਰਤਨ ਪਾਠ ਚੱਲਦਾ ਸੀ। ਲੰਗਰ ਜਿਹਨੂੰ ਜਿਹਨੂੰ ਪਤਾ ਲੱਗਦਾ ਸੀ ਉਹ ਲੋਕ ਆਉਂਦੇ ਸੀ। ਸਿੱਖ ਇਤਿਹਾਸ ਹੋ ਗਿਆ, ਕਵਿਤਾਵਾਂ ਹੋ ਗਈਆਂ, ਗੁਰਬਾਣੀ ਹੋ ਗਈ, ਸਭ ਕੁਝ ਸਾਰਾ ਦਿਨ ਹੀ ਜਦ ਕਰਦੇ ਰਹਿੰਦੇ ਸੀ ਨਾਨ ਸਟਾਪ। ਬਸ ਵਿੱਚ ਲੰਗਰ ਦਾ ਬ੍ਰੇਕ ਹੁੰਦਾ ਸੀ ਤੇ 7-7 ਦਿਨ ਚੱਲਦਾ ਸੀ। ਪਰ ਜੋ ਚੀਜ਼ਾਂ ਧਿਆਨ ਚ ਆਉਣ ਤੋਂ ਬਾਅਦ ਸਮਝ ਆਣੀਆਂ ਨਾ, ਉਹ ਕਦੀ ਸਮਝ ਨਹੀਂ ਆਈਆਂ। ਬਸ ਹਾਂ ਠੀਕ ਹੈ, ਅਸੀਂ ਗੁਰਪੁਰਬ ਮਨਾ ਰਹੇ ਹਾਂ। ਜਿਨ੍ਹਾਂ ਦੀ ਨਜ਼ਰ ਸੀ, ਜਿਨ੍ਹਾਂ ਦੀ ਅੱਖ ਸੀ, ਉਹਨਾਂ ਨੂੰ ਪਤਾ ਚੱਲਦਾ ਸੀ। ਲੇਕਿਨ ਅਸੀਂ ਤਾਂ ਬਸ ਇਹ ਹੀ ਹੈ ਕਿ ਚਲੋ, ਐ ਨਹੀਂ ਸੀ ਕਿ ਅਸੀਂ ਲੰਗਰ ਛਕ ਰਹੇ ਹਾਂ, ਲੰਗਰ ਬਣਾ ਰਹੇ ਹਾਂ। ਬਸ ਇਹ ਹੀ ਸੀ ਕਿ ਅਸੀਂ ਸੇਵਾ ਕਰ ਰਹੇ ਹਾਂ। ਮੈਨੂੰ ਤਾਂ ਇਹੀ ਹੁੰਦਾ ਸੀ ਕਿ ਚਲੋ ਮੈਂ ਸੇਵਾ ਕਰ ਰਹੀ ਹਾਂ, ਸੇਵਾ ਕਰਨੀ ਚਾਹੀਦੀ ਹੈ ਔਰ ਸੇਵਾ ਸੰਤਾਂ ਦੀ ਬਹੁਤ ਉੱਤਮ ਹੈ ਤੇ ਮੈਂ ਇਹਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ, ਮੈਂ ਸੇਵਾ ਕਰ ਰਹੀ ਹਾਂ। ਬਸ ਮੈਂ ਇੰਨੀ ਚ ਖੁਸ਼ ਹੁੰਦੀ ਸੀ ਕਿ ਮੈਂ ਸੇਵਾ ਕਰ ਰਹੀ ਹਾਂ। ਹੁਣ ਜੋ ਧਿਆਨ ਚ ਆਉਣ ਤੋਂ ਬਾਅਦ, ਪਤਰੀ ਸਰ ਨੂੰ ਮਿਲਣ ਤੋਂ ਬਾਅਦ ਜੋ ਚੀਜ਼ਾਂ ਸਮਝ ਆ ਰਹੀਆਂ ਨੇ, ਜੋ ਉਹ ਪਹਿਲੇ ਕਦੀ ਸਮਝ ਨਹੀਂ ਆਈਆਂ। ਤੁਹਾਡੀ ਗੱਲ ਨਹੀਂ ਹੈ, ਸਭ ਦੀ, ਮੇਰੀ ਵੀ ਇਹੀ ਗੱਲ ਹੈ। ਜਦ ਤੱਕ ਧਿਆਨ ਨਹੀਂ ਕਰਾਂਗੇ ਨਾ, ਸਾਨੂੰ ਉਹ ਚੀਜ਼ਾਂ ਪਕੜ ਚ ਆਣਗੀਆਂ ਨਹੀਂ। ਅਸੀਂ ਕਥਾ ਦੀ ਤਰ੍ਹਾਂ, ਸਾਖੀ ਦੀ ਤਰ੍ਹਾਂ ਸਾਖੀ ਸੁਣ ਲਾਂਗੇ ਔਰ ਅਸੀਂ ਆਪਣੇ ਘਰ ਬਸ। ਸੋ ਅੱਜ ਤੋਂ ਸਫਰੇ ਸ਼ਹਾਦਤ ਕੱਲ ਤੋਂ ਸ਼ੁਰੂ ਹੋਇਆ, ਕਿਉਂਕਿ ਕੱਲ ਦੀ ਰਾਤ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਔਰ ਸਰਸਾ ਦੇ ਕਿਨਾਰੇ ਪਰਿਵਾਰ ਵਿਛੋੜਾ ਹੋਇਆ। ਸਾਰੀਆਂ ਸਾਖੀਆਂ ਤੁਹਾਨੂੰ ਸਭ ਕੁਝ ਪਤਾ ਨੇ, ਪਰ ਅੱਜ ਥੋੜਾ ਮੈਂ ਜੋ ਮੈਨੂੰ ਸਮਝ ਆਇਆ ਉਹ ਉਹਦੇ ਤੇ ਵਿਚਾਰ ਕਰਾਂਗੇ। ਪਿਛਲੀ ਵਾਰੀ ਵੀ ਅਸੀਂ ਇਹ ਪੰਕਤੀ ਲਈ, ਹਉ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਜਿਹੜੇ ਸੱਚ ਦੇ ਮਾਰਗ ਤੇ ਚੱਲਦੇ ਨੇ, ਜਿਹੜੇ ਆਪਣੇ ਸਿਧਾਂਤਾਂ ਤੇ ਰਹਿੰਦੇ ਨੇ, ਜਿਹੜੇ ਆਪਣੀ ਸਰੀਰਿਕ ਮੌਤ ਤੋਂ ਡਰਦੇ ਨਹੀਂ, ਫਿਰ ਉਹ ਆਤਮਿਕ ਜਿਹੜੀ ਉਹਨਾਂ ਦੀ ਜੀਵਨ ਹੈ ਉਹ ਸ਼ੁਰੂ ਹੋ ਜਾਂਦਾ ਹੈ। ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਬਾਣੀ ਉਚਾਰੀ ਔਰ 239 ਸਾਲ ਲਗਾਏ, 49 ਸਾਲ ਸਿੱਖੀ ਦਾ ਮਹਿਲ ਬਣਾਉਣ ਵਿੱਚ, ਔਰ ਦਸਮ ਪਿਤਾ ਨੇ ਉਹਨੂੰ ਪੂਰਾ ਰੂਪ ਦਿੱਤਾ। ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ 'ਚ ਹੀ ਕਹਿ ਦਿੱਤਾ, ਪਹਿਲਾ ਮਰਨ ਕਬੂਲ, जीवन की छड़ आस, हो सबना की रेणुका, तो आओ हमारे पास। जे तुम पहले मृत्यु ਨੂੰ ਕਬੂਲ ਕਰੇ ਆਪਣੀ, ਤਾਂ ਮੇਰੇ ਕੋਲ ਆ।
ਤੇ ਆਖਰੀ ਜਿਹੜਾ ਰੰਗ ਭਰਿਆ ਉਹਦੇ ਚ ਦਸਮ ਪਿਤਾ ਨੇ ਕਿ ਕੇਵਲ ਕੋਰੀਆਂ ਗੱਲਾਂ ਨਹੀਂ, ਥਿਉਰੀ ਨਹੀਂ ਹੈ, ਇਹ ਪ੍ਰੈਕਟੀਕਲ ਹੈ। ਔਰ ਜਿਨ੍ਹਾਂ ਨੇ ਉਹ ਪ੍ਰੈਕਟੀਕਲ ਕੀਤਾ, ਇੰਨੇ ਸਾਲ ਥਿਉਰੀ ਪੜ੍ਹੀ, ਫਿਰ ਜਿਨ੍ਹਾਂ ਨੇ ਉਹ ਕਮਾਈ ਕਰਕੇ ਉਹ ਪ੍ਰੈਕਟੀਕਲ ਕੀਤਾ, ਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਚਾਹੇ ਉਹ ਸੰਤ ਨੇ, ਚਾਹੇ ਭਗਤ ਨੇ, ਚਾਹੇ ਗੁਰੂ ਨੇ, ਚਾਹੇ ਅਵਤਾਰ ਨੇ, ਪੀਰ ਨੇ, ਚਾਹੇ ਅਸੀਂ ਅੱਜ ਉਹਨਾਂ ਨੂੰ, ਉਹਨਾਂ ਦੀਆਂ ਜੀਵਨ ਤੋਂ ਪ੍ਰੇਰਣਾ ਲੈਣੇ ਆ, ਉਹਨਾਂ ਨੂੰ ਯਾਦ ਕਰਨੇ ਆ। ਮੈਂ ਜ਼ਿਆਦਾ ਡਿਟੇਲ ਦਸਮ ਪਿਤਾ ਦੇ ਉਹਦੇ ਚ ਨਹੀਂ ਜਾ ਰਹੀ, ਕਿਉਂਕਿ ਗੁਰਪੁਰਬ ਆਏਗਾ ਫਿਰ ਉਹ ਸਾਰੀ ਡਿਟੇਲ ਅਸੀਂ ਲਾਂਗੇ। ਅੱਜ ਦੇ ਸਮੇਂ ਨਾਲ ਸੰਬੰਧਿਤ ਜਿਹੜਾ ਅੱਜ ਦਾ ਸਾਕਾ ਹੈ ਉਹਦੇ ਨਾਲ ਮੈਂ ਉਹਨੂੰ ਲਾਂਗੀ। ਦਸਮ ਪਿਤਾ ਦੇ 4 ਸਾਹਿਬਜ਼ਾਦੇ ਨੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ, ਜਿਨ੍ਹਾਂ ਦੇ ਮਾਤਾ ਸੁੰਦਰ ਕੌਰ ਜੀ ਨੇ। ਮਾਤਾ ਸੁੰਦਰ ਕੌਰ ਜੀ ਦਸਮ ਪਿਤਾ ਦੀ ਦੂਸਰੀ ਪਤਨੀ। ਮਹਿਲ ਮੈਂ ਕਹਿ ਦਿੰਨੀ ਆ, ਲੇਕਿਨ ਬਹੁਤ ਸਾਰੇ ਹਿੰਦੀ ਭੈਣ ਭਰਾ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦਾ ਮਹਿਲ ਕੀ ਹੁੰਦਾ। ਪੰਜਾਬੀ ਚ ਤੇ ਅਸੀਂ ਇੰਨੇ ਫੈਮਿਲੀਅਰ ਹੈ ਇਹਨਾਂ ਵਰਡਸ ਨਾਲ ਕਿ ਸਾਨੂੰ ਅਲੱਗ ਲੱਗਦਾ ਹੀ ਨਹੀਂ ਹੈ। ਸੋ ਮਾਤਾ, ਅਗਰ ਕਿਸੇ ਨੂੰ ਕੋਈ ਸ਼ਬਦ ਨਾ ਸਮਝ ਆਏ ਤੇ ਹੈਂਡ ਰੇਜ਼ ਕਰਕੇ ਪੁੱਛ ਲਿਆ ਕਰੋ ਜਿੱਥੇ ਤੁਹਾਨੂੰ ਲੱਗੇ, ਕਿਉਂਕਿ ਬਾਅਦ ਚੋਂ ਫਿਰ ਫੋਨ ਕਰਦੇ ਹੋ ਉਹਦੇ ਨਾਲ ਤੁਹਾਨੂੰ ਹੀ ਸਮਝ ਆਉਂਦੀ ਹੈ। ਲੇਕਿਨ ਅਗਰ ਤੁਸੀਂ ਸੈਸ਼ਨ ਵਿੱਚ ਪੁੱਛੋਗੇ ਤੇ ਕਈਆਂ ਦੀ ਉਹ ਡਾਊਟ ਜਿਹੜਾ ਕਲੀਅਰ ਹੋ ਜਾਂਦਾ। ਤੇ ਬਾਬਾ ਅਜੀਤ ਸਿੰਘ ਜੀ ਦੇ ਮਾਤਾ ਨੇ ਮਾਤਾ ਸੁੰਦਰ ਕੌਰ ਜੀ, ਜੋ ਦਸਮ ਪਿਤਾ ਦੀ ਦੂਸਰੀ ਪਤਨੀ ਨੇ। ਔਰ ਉਹਦੇ ਬਾਅਦ 3 ਸਾਹਿਬਜ਼ਾਦੇ ਹੋਰ ਹੁੰਦੇ ਨੇ, ਮਾਤਾ ਅਜੀਤ ਕੌਰ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਇਹ ਵੱਡੀ ਪਤਨੀ ਨੇ, ਪਹਿਲੀ ਪਤਨੀ ਨੇ, ਤੇ ਇਹਨਾਂ ਵੱਲ ਔਲਾਦ ਸੰਤਾਨ ਪਿੱਛੋਂ ਹੁੰਦੀ ਹੈ। ਮਾਤਾ ਸੁੰਦਰ ਕੌਰ ਜੀ ਵੱਲ ਪਹਿਲੇ ਹੁੰਦੀ ਹੈ, ਤੇ 3 ਸਾਹਿਬਜ਼ਾਦੇ ਇਹਨਾਂ ਦੇ ਨੇ। ਸਾਧਨਾ ਕਰ ਕਰਕੇ ਇਹਨਾਂ ਨੂੰ ਯੋਗੀ ਜੀ ਕਿਹਾ ਜਾਂਦਾ ਸੀ, ਤੇ ਸਾਧਨਾ ਕਰ ਕਰਕੇ ਇਹਨਾਂ ਨੂੰ ਆਉਣ ਵਾਲਾ ਸਮੇਂ ਦਿਖ ਗਿਆ ਕਿ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਣੀਆਂ ਨੇ, ਕਿਸ ਤਰ੍ਹਾਂ ਅਨੰਦਪੁਰ ਦਾ ਕਿਲਾ ਛੱਡਣਾ ਦਸਮ ਪਿਤਾ ਨੇ, ਕਿਸ ਤਰ੍ਹਾਂ ਜੰਗਲਾਂ ਵਿੱਚ ਜਾਣਾ ਇਕੱਲੇ। ਤੇ ਉਹਨਾਂ ਨੇ ਫਿਰ ਕਿਹਾ ਕਿ ਮੈਂ ਨਹੀਂ ਦੇਖ ਸਕਦੀ। ਮਾਤਾ ਗੁਜਰੀ ਦੀ ਸ਼ਹਾਦਤ ਹੋਣੀ ਤੇ ਉਹਨਾਂ ਨੇ ਕਿਹਾ ਮੈਂ ਨਹੀਂ ਦੇਖ ਸਕਦੀ, ਤੇ ਮੈਨੂੰ ਤੁਸੀਂ ਜਾਣ ਦੀ ਇਜਾਜ਼ਤ ਦਿਓ। ਤੇ ਉਹਨਾਂ ਨੇ ਇਹ ਸਭ ਕੁਝ ਹੋਣ ਤੋਂ ਪਹਿਲੇ ਹੀ ਆਪਣਾ ਸਰੀਰ ਆਪਣੀ ਇੱਛਾ ਨਾਲ ਛੋੜਿਆ। ਤੇ ਇਹ ਸਮੇਂ ਆਇਆ ਤੇ ਚਾਰੋਂ ਸਾਹਿਬਜ਼ਾਦੇ, ਜਿਨ੍ਹਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਔਰ ਜਿਨ੍ਹਾਂ ਦੇ ਦਾਦਾ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੇ ਚਾਂਦਨੀ ਚੌਕ ਵਿੱਚ ਸ਼ਹਾਦਤ ਦਿੱਤੀ, ਜਿਹੜਾ ਅਸੀਂ ਗੁਰਪੁਰਬ ਹੁਣੇ ਮਨਾਇਆ। ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹਾਦਤ ਦਿੱਤੀ। ਔਰ ਉਹਨਾਂ ਦੇ ਪੜਦਾਦਾ ਗੁਰੂ ਹਰਗੋਬਿੰਦ ਜੀ 6ਵੇਂ ਪਾਤਸ਼ਾਹ, ਔਰ ਸ਼੍ਰੀ ਗੁਰੂ ਅਰਜਨ ਦੇਵ ਜੀ ਤੋਂ ਜੋ ਸ਼ਹਾਦਤਾਂ ਦਾ ਇੱਕ ਸਬਕ ਸਿਖਾਇਆ ਗਿਆ, ਤੇ ਉਹ ਦਸਮ ਪਿਤਾ ਦੇ ਪਰਿਵਾਰ ਨੇ ਉਹਨੂੰ ਜੀ ਕੇ ਦਿਖਾਇਆ। ਔਰ ਆਨੰਦਪੁਰ ਨਗਰ ਜਿਹੜਾ ਵਸਾਇਆ, ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋ ਗਏ, ਤੇ ਆਪਣੇ ਪਰਿਵਾਰਾਂ ਨੇ ਵੀ ਬਹੁਤ ਈਰਸ਼ਾ, ਦਵੇਸ਼, ਨਫ਼ਰਤ, ਜਿਹੜੇ ਹੋਰ ਸੋਢੀ ਪਰਿਵਾਰ ਸੀ ਉਹਨਾਂ ਨੇ ਬਹੁਤ ਕੀਤਾ, ਗੋਲੀ ਵੀ ਚਲਾਈ। ਔਰ ਸ਼੍ਰੀ ਗੁਰੂ ਜੀ ਨੇ ਫਿਰ ਉਹ ਜਿਹੜਾ ਛੱਡ ਕੇ ਕੀਰਤਪੁਰ ਸਾਹਿਬ, ਉਹਨਾਂ ਨੇ ਰਾਣੀ ਚੰਪਾਬਾਈ ਤੋਂ ਜਗ੍ਹਾ ਖਰੀਦ ਕੇ ਆਨੰਦਪੁਰ ਨਗਰ ਵਸਾਇਆ। ਔਰ ਪਹਿਲੇ ਇਹਦਾ ਨਾਮ ਰੱਖਿਆ ਚੱਕ ਮਾਤਾ ਨਾਨਕੀ, ਆਪਣੀ ਮਾਤਾ ਦੇ ਨਾਮ ਤੇ। ਬਾਅਦ ਚੋਂ ਇਹਨੂੰ ਦਸਮ ਪਿਤਾ ਨੇ ਆਨੰਦਪੁਰ ਨਗਰ ਦਾ ਨਾਮ ਦੇ ਦਿੱਤਾ। ਯਾਨੀ ਮੈਨੂੰ ਪਤਾ ਗੁਰੂ ਤੇਗ ਬਹਾਦਰ ਜੀ ਨੇ ਦਿੱਤਾ ਕਿ ਦਸਮ ਪਿਤਾ ਨੇ, ਪਰ ਫਿਰ ਬਾਅਦ ਚੋਂ ਇਹਦਾ ਨਾਮ ਆਨੰਦਪੁਰ ਸਾਹਿਬ ਹੋ ਗਿਆ। ਆਨੰਦਪੁਰ ਸਾਹਿਬ ਜਿਹੜਾ ਹੈ ਉਹ ਖਾਲਸੇ ਦਾ ਜਨਮ ਸਥਾਨ ਹੈ, ਇੱਥੇ ਹੀ ਖਾਲਸੇ ਦਾ ਜਨਮ ਹੁੰਦਾ ਹੈ। ਤੇ ਗੁਰੂ ਜੀ ਨੇ ਜਿਹੜਾ ਸਾਧਨਾ ਕੀਤੀ, ਸੰਤ ਬਣਾਇਆ, ਜਿਹੜਾ ਇੰਨੇ ਜਾਮਿਆਂ ਵਿੱਚ, 9 ਜਾਮਿਆਂ ਵਿੱਚ ਮਨੁੱਖਤਾ ਨੂੰ, ਫਿਰ ਉਹਦੀ ਰੱਖਿਆ ਕਰਨਾ ਵੀ ਸਿਖਾਇਆ। ਕਿਉਂਕਿ ਉਸ ਤੋਂ ਪਹਿਲੇ ਹੁੰਦਾ ਸੀ ਅਹਿੰਸਾ, ਜਿਹੜਾ ਹੈ ਉਹ ਪਰਮ ਧਰਮ ਹੈ, ਤੇ ਸਭ ਉਹ ਅਹਿੰਸਾ ਦਾ ਪਾਲਨ ਕਰਨਾ ਹੈ, ਤੇ ਹਥਿਆਰ ਜਿਹੜੇ ਉਹ ਛੱਡ ਦਿੱਤੇ। ਤੇ ਫਿਰ ਸਰਕਾਰਾਂ, ਮੁਗਲ ਸਲਤਨਤ, ਇਹ ਹਾਵੀ ਹੋ ਗਏ, ਔਰ ਇਹਨਾਂ ਨੇ ਫਿਰ ਪਾਠ ਪੂਜਾ ਵੀ ਬੰਦ ਕਰਾਉਣਾ ਸ਼ੁਰੂ ਕਰਤਾ। ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਨਹੀਂ, ਮਾਲਾ ਦੀ ਰੱਖਿਆ ਲਈ ਤਲਵਾਰ ਜ਼ਰੂਰੀ ਹੈ, ਔਰ ਗੁਰੂ ਹਰਗੋਬਿੰਦ ਸਾਹਿਬ ਤੋਂ ਹੀ ਇਹਦੀ ਨੀਂਹ ਰੱਖੀ ਗਈ ਸੀ। ਤੇ ਉਹਨਾਂ ਨੇ ਸੰਤ ਨਹੀਂ ਬਣਾਇਆ, ਪਹਿਲੇ ਸੰਤ ਬਣਾਇਆ, ਫਿਰ ਸਿਪਾਹੀ ਬਣਾਇਆ, ਜੀਣੇ ਔਰ ਮਰਨੇ ਦੀ ਕਲਾ ਸਿਖਾਈ। ਤੇ ਆਨੰਦਪੁਰ ਸਾਹਿਬ
ਤੇ ਜਿਹੜੇ 14 ਹਮਲੇ ਕੀਤੇ ਪਹਾੜੀ ਰਾਜਿਆਂ ਨੇ, ਮੁਗਲਾਂ ਨੇ, ਉਹਨਾਂ ਨੂੰ ਅਨੰਦਪੁਰ ਦੀਆਂ ਦੀਵਾਰਾਂ ਤੋਂ ਥੋੜੀ ਕੁਛ ਨਫ਼ਰਤ ਹੈ। ਉਹਨਾਂ ਨੂੰ ਇਹ ਕਿ ਜੋ ਇਹ ਸਿਖਾ ਰਹੇ ਨੇ, ਜੋ ਇਹਨਾਂ ਨੇ ਜੀਵਨ ਜੀਣ ਦੀ ਜਾਚ ਸਿਖਾ ਰਹੇ, ਤੇ ਅਸੀਂ ਕਿਸੇ ਨੂੰ ਆਪਣੇ ਥੱਲੇ ਨਹੀਂ ਰੱਖ ਸਕਦੇ। ਹੁਣ ਕਿਸੇ ਤੇ ਹੁਕੂਮਤ ਨਹੀਂ ਕਰ ਸਕਦੇ, ਕਿਸੇ ਤੇ ਰਾਜ ਨਹੀਂ ਕਰ ਸਕਦੇ। ਤੇ ਇਸ ਵਾਸਤੇ ਉਹ ਟਕਰਾਵ ਜਿਹੜਾ ਵਿਚਾਰਾਂ ਦਾ, ਸਿਧਾਂਤ ਦਾ ਟਕਰਾਵ ਸੀ। ਤੇ ਇਸ ਕਰਕੇ ਜਿਹੜੇ ਪਹਾੜੀ ਰਾਜੇ ਔਰ ਉਹੀ ਮੁਗਲ ਸੈਨਾ ਨੂੰ, ਔਰੰਗਜ਼ੇਬ ਨੂੰ ਚਿੱਠੀਆਂ ਲਿਖਦੇ ਰਹੇ, ਭੜਕਾਉਂਦੇ ਰਹੇ ਕਿ ਤੇਰਾ ਰਾਜ ਪੂਰੇ ਹਿੰਦੁਸਤਾਨ ਤੇ ਚੱਲਦਾ ਹੈ, ਜੋ ਤੂੰ ਹੁਕਮ ਦੇਣਾ ਪੂਰੇ ਹਿੰਦੁਸਤਾਨ ਉਹਨੂੰ ਮੰਨਦਾ ਹੈ, ਲੇਕਿਨ ਹਿੰਦੁਸਤਾਨ 'ਚ ਇੱਕ ਜਗ੍ਹਾ ਐਸੀ ਹੈ ਜਿੱਥੇ ਤੇਰਾ ਕੋਈ ਹੁਕਮ ਨਹੀਂ ਚੱਲਦਾ, ਜਿੱਥੇ ਦੀ ਸੰਸਕ੍ਰਿਤੀ ਅਲੱਗ ਹੈ, ਜਿੱਥੇ ਤੇਰੇ ਸਾਰੇ ਹੁਕਮ ਜਿਹੜੇ ਤੂੰ ਦੇਣਾ ਉਹਦੇ ਉਲਟ ਕੰਮ ਕੀਤਾ ਜਾਂਦਾ ਹੈ। ਤੇ ਅਗਰ ਤੂੰ ਨਹੀਂ ਰੋਕਿਆ ਇਸ ਚੀਜ਼ ਨੂੰ ਤੇ ਕੱਲ ਨੂੰ ਤੇਰਾ ਤਖਤ ਵੀ ਖੋਲਿਆ ਜਾਏਗਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਕਰਕੇ ਔਰੰਗਜ਼ੇਬ ਨੂੰ ਵੀ ਨਾਲ ਮਿਲਾ ਲਿਆ। 12 ਜੰਗ ਪਹਾੜੀ ਰਾਜਿਆਂ ਨੇ ਆਪ ਕੀਤੇ ਔਰ ਫਿਰ ਆਪਣੇ ਖਰਚੇ ਤੇ ਔਰੰਗਜ਼ੇਬ ਨੂੰ ਭੜਕਾ ਕੇ ਯੁੱਧ ਕਰਨ ਲਈ ਬੁਲਾਇਆ। ਤੇ ਔਰੰਗਜ਼ੇਬ ਨੇ ਫਿਰ ਆਪਣੀਆਂ ਸੈਨਾ ਭੇਜੀਆਂ, ਸ਼ਾਹੀ ਸੈਨਾ ਭੇਜੀਆਂ। ਤੇ ਦਸਮ ਪਿਤਾ ਉੱਚ ਸਿੰਘ ਨੇ ਉਹਨਾਂ ਕੋਲ, ਹਜ਼ਾਰਾਂ ਦੀ ਗਿਣਤੀ ਵਿੱਚ, ਸੈਂਕੜਿਆਂ ਦੀ ਗਿਣਤੀ ਵਿੱਚ, ਤੇ ਉੱਧਰ ਮੁਗਲ ਫੌਜਾਂ ਲੱਖਾਂ ਦੀ ਗਿਣਤੀ ਵਿੱਚ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ, ਇੱਕ ਚਮਤਕਾਰੀ ਸੋਚ ਦਿੱਤੀ। ਅੱਜ ਅਸੀਂ ਮਿਰਾਕਲਸ ਥਿੰਕਿੰਗ ਦੀ ਗੱਲ ਕਰ ਰਹੇ ਹਾਂ ਨਾ, ਉਹ ਦਸਮ ਪਿਤਾ ਨੇ ਮਿਰਾਕਲਸ ਥਿੰਕਿੰਗ ਦਿੱਤੀ ਏ, ਅਸੀਂ ਭੁੱਲ ਗਏ ਹਾਂ। ਉਹਨਾਂ ਨੇ ਸਾਨੂੰ ਗੁਲਾਮੀ ਦੀਆਂ ਜ਼ੰਜੀਰਾਂ ਕੱਟਣੇ ਦੀ ਤਾਕਤ ਵੀ ਦਿੱਤੀ ਔਰ ਕੱਟਣਾ ਸਿਖਾਇਆ ਵੀ। ਔਰ ਉਹਨਾਂ ਨੇ, ਜਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਵੰਡੀਆਂ ਪਾਉਣ ਵਾਲਾ ਧਰਮ ਮੈਨੂੰ ਪਸੰਦ ਨਹੀਂ, ਤੇ ਦਸਮ ਪਿਤਾ ਨੇ ਵੀ ਇਹੀ ਕਿਹਾ, ਵੰਡੀਆਂ ਪਾਉਣ ਵਾਲਾ ਧਰਮ ਪਸੰਦ ਨਹੀਂ ਹੈ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਜਨੇਊ ਪਾਣ ਲਈ ਕਿਹਾ ਗਿਆ, ਤੇ ਉਹਨਾਂ ਨੇ ਕਿਹਾ ਮੈਂ ਜਨੇਊ ਨਹੀਂ ਪਾਣਾ, ਜਿਹੜਾ ਗਲ ਜਾਂਦਾ, ਸੜ ਜਾਂਦਾ ਹੈ, ਮੈਂ ਪਾਣਾ ਨਹੀਂ। ਤੇ ਦਸਮ ਪਿਤਾ ਨੇ ਫਿਰ ਜਿਸ ਵੇਲੇ ਜਨੇਊ ਔਰ ਆਟੇ ਦੀ ਗਾਂ ਬਣਾ ਕੇ ਉਹਨਾਂ ਨੇ ਕਸਮਾਂ ਖਾਧੀਆਂ, ਕੁਰਾਨ ਦੀਆਂ ਕਸਮਾਂ ਖਾਧੀਆਂ, ਤੇ ਉਹ ਜਿਹੜੇ ਧਾਰਮਿਕ ਚਿੰਨ੍ਹ ਸੀ ਉਹਨਾਂ ਦਾ ਮਾਣ ਰੱਖਣ ਲਈ, ਸਭ ਕੁਝ ਜਾਣਦੇ ਹੋਏ ਵੀ ਦਸਮ ਪਿਤਾ ਨੇ ਫਿਰ ਉਹ ਉਹਨਾਂ ਦਾ ਮਾਣ ਰੱਖਿਆ। ਔਰ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤੇ ਜਨੇਊ ਪਾਇਆ ਨਹੀਂ, ਤੁਹਾਡੇ ਨਾਲ ਤੇ ਸਾਡਾ ਕੋਈ ਟਕਰਾਅ ਵੀ ਨਹੀਂ, ਫਿਰ ਤੁਸੀਂ ਕਿਉਂ ਕਹਿ ਰਹੇ ਹੋ ਮੈਂ ਜਨੇਊ ਨਹੀਂ ਉਤਰਨ ਦੇਣਾ? ਤੇ ਉਹਨਾਂ ਨੇ ਕਿਹਾ ਜੇ ਧੱਕੇ ਨਾਲ ਪਾਣਾ ਨਹੀਂ ਤੇ ਧੱਕੇ ਨਾਲ ਉਤਰਨ ਵੀ ਨਹੀਂ ਦੇਣਾ। ਗੱਲ ਹੈ ਕਿ ਡਰਨਾ ਨਹੀਂ, ਡਰਾਣਾ ਨਹੀਂ, ਜ਼ੁਲਮ ਕਰਨਾ ਨਹੀਂ ਤੇ ਜ਼ੁਲਮ ਸਹਿਣਾ ਨਹੀਂ। ਤੇ ਦਸਮ ਪਿਤਾ ਨੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਤਿਆਰ ਕੀਤਾ, ਆਪਣਾ ਰੂਪ ਦਿੱਤਾ। ਔਰ ਉਹ ਜਿਹੜੀ ਮੁਰਦਾ ਕੌਮ ਸੀ, ਮਨੁੱਖਤਾ ਸੀ, ਉਹਦੇ 'ਚ ਇੱਕ ਰੂਹ ਭਰ ਦਿੱਤੀ ਧਰਮ ਤੋਂ ਮਾਰ ਮਿਟਣ ਦੀ। ਤੇ ਜਿਹੜੇ ਪਹਾੜੀ ਰਾਜੇ ਸੀ ਉਹ ਕਦੀ ਤੇ ਸੁਲਾਹ ਕਰਨ ਆ ਜਾਂਦੇ ਸੀ, ਤੇ ਜਿਸ ਵੇਲੇ ਉਹ ਗੁਰੂ ਘਰ ਦੀ ਸ਼ਾਨ ਸ਼ੌਕਤ ਦੇਖਦੇ ਸੀ, ਉਹ ਰਾਜੇ ਸੀ ਆਪਣੀ ਸ਼ਾਨ ਮਾਰਦੇ ਸੀ। ਤੇ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਕੋਲ ਆਉਂਦੇ ਸੀ ਤੇ ਉਹਨਾਂ ਦਾ ਠਾਠ ਬਾਠ, ਸ਼ਾਹੀ ਰਹਿਣ ਸਹਿਣ ਦੇਖਦੇ ਸੀ, ਤੇ ਬੜੀ ਉਹਨਾਂ ਨੂੰ ਈਰਖਾ ਹੁੰਦੀ ਸੀ ਕਿ ਇੰਨਾ ਸਭ ਕੁਝ ਤੇ ਸਾਡੇ ਕੋਲ ਵੀ ਨਹੀਂ ਹੈ। ਅਸਾਮ ਦੇ ਰਾਜਾ ਜਿਹੜਾ ਸੀ, ਉਹਦੇ ਬੇਟੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ 5 ਕਲਾ ਸ਼ਸਤਰ ਦਿੱਤਾ। ਪ੍ਰਸਾਦੀ ਹਾਥੀ, ਜਿਹਨੂੰ ਤੁਸੀਂ ਸਾਰੇ ਜਾਣਦੇ ਹੋ, ਬਹੁਤ ਹੀ ਸੋਹਣਾ ਸਿੱਖਿਆ ਹੋਇਆ ਪ੍ਰਸਾਦੀ ਹਾਥੀ, ਚੰਦਨ ਦੀ ਚੌਂਕੀ, ਬਾਜ, ਨੀਲਾ ਘੋੜਾ, ਸੰਗਤ, ਲੱਖਾਂ ਦੇ ਸ਼ਮਿਆਨੇ, ਹੀਰਿਆਂ ਦੀ ਕਲਗੀ ਲਗਾਈ। ਜਿਸ ਵੇਲੇ ਦਸ਼ਮੇਸ਼ ਪਿਤਾ ਆਪਣੇ ਸੰਗਤ ਵਿੱਚ ਵਿਰਾਜਮਾਨ ਸੀ ਤੇ ਪਹਾੜੀ ਰਾਜੇ ਦੇਖ ਦੇਖ ਕੇ ਬਹੁਤ ਜਲਦੇ ਸੀ ਕਿ ਇੰਨਾ ਸ਼ਾਹੀ ਠਾਠ ਤੇ ਸਾਡੇ ਕੋਲ ਵੀ ਨਹੀਂ ਹੈ, ਤੇ ਉਹਨਾਂ ਦੀ ਸ਼ਾਨ ਫਿੱਕੀ ਪੈ ਜਾਂਦੀ ਸੀ। ਤੇ ਉਹ ਚਾਹੁੰਦੇ ਸੀ ਕਿ ਅਸੀਂ ਇਹ ਸਭ ਕੁਝ ਸਾਡੇ ਕੋਲ ਹੋਣਾ ਚਾਹੀਦਾ ਤੇ ਕਿਸੇ ਤਰੀਕੇ ਨਾਲ ਅਸੀਂ ਇਹ ਖੋਈਏ ਇਹਨਾਂ ਕੋਲੋਂ। ਤੇ ਇਸ ਕਰਕੇ ਉਹ ਬਾਰ-ਬਾਰ ਲੜਾਈਆਂ ਕਰਦੇ ਸੀ। ਔਰ ਭੀਮ ਚੰਦ ਨੇ ਤੇ ਬੜੀ ਰਾਜਨੀਤੀ ਨਾਲ ਉਹਨਾਂ ਕੋਲੋਂ ਪ੍ਰਸਾਦੀ ਹਾਥੀ ਮੰਗਿਆ ਵੀ ਕਿ ਮੇਰੇ ਬੇਟੇ ਦਾ ਵਿਆਹ ਹੈ, ਤੁਸੀਂ ਦੇ ਦਿਓ, ਮੈਂ ਤੁਹਾਨੂੰ ਵਾਪਸ ਕਰ ਦਾਂਗਾ। ਤੇ ਗੁਰੂ ਜੀ ਨੇ ਕਿਹਾ ਜਿਹੜੀ ਸੰਗਤ ਦੀ ਚੀਜ਼ ਹੈ ਉਹ ਸੰਗਤ ਵਿੱਚ ਹੀ ਰਹੇਗੀ, ਉਹ ਨਹੀਂ ਜਾ ਸਕਦੀ, ਅਸੀਂ ਨਹੀਂ ਦੇ ਸਕਦੇ। ਤੇ ਉਥੋਂ ਉਹਨੇ ਫਿਰ ਖੋਣੇ ਦੀ ਬਹੁਤ ਕੋਸ਼ਿਸ਼ ਕੀਤੀ ਤੇ ਯੁੱਧ ਕੀਤੇ, ਲੇਕਿਨ ਕਦੀ ਵੀ ਉਹ ਯੁੱਧ ਜਿੱਤ ਨਹੀਂ ਪਾਏ ਦਸਮ ਪਿਤਾ ਤੋਂ। ਦਸਮ ਪਿਤਾ ਨੇ ਆਪ ਕੋਈ ਯੁੱਧ ਨਹੀਂ ਕੀਤਾ, ਲੇਕਿਨ ਆਤਮ ਰੱਖਿਆ ਵਾਸਤੇ, ਸਵ ਰੱਖਿਆ ਵਾਸਤੇ ਉਹਨਾਂ ਨੇ ਉਹਨਾਂ ਯੁੱਧਾਂ ਦਾ ਮੁਕਾਬਲਾ ਕੀਤਾ। ਦਸਮ ਪਿਤਾ ਦੇ ਜੀਵਨ 'ਚ 14 ਜੰਗਾਂ ਹੋਈਆਂ ਤੇ 14 ਦੀਆਂ 14 ਜੰਗਾਂ ਉਹਨਾਂ ਨੇ ਜਿੱਤੀਆਂ। ਹੁਣ ਇੱਥੇ ਸੋਚ ਦੀ ਗੱਲ ਹੈ ਕਿ ਉਹਨਾਂ ਨੇ ਇੰਨੇ ਥੋੜੇ ਜਿਹੇ ਸਿੰਘਾਂ ਨਾਲ 14 ਜੰਗਾਂ ਲੱਖਾਂ ਦੀ ਫੌਜ ਦੇ ਸਾਹਮਣੇ ਕਿਸ ਤਰ੍ਹਾਂ ਜਿੱਤੀਆਂ।
ਪਹਾੜੀ ਰਾਜੇ ਜਿਹੜੇ ਸੀ ਉਹਨਾਂ ਨੇ ਇੱਕ ਵਾਰੀ ਆ ਕੇ ਕਿਹਾ ਕਿ ਠੀਕ ਹੈ ਅਸੀਂ ਮੰਨ ਲੈਂਦੇ ਆ, ਅਸੀਂ ਤੁਹਾਨੂੰ ਆਪਣਾ ਨੇਤਾ ਮੰਨ ਲੈਂਦੇ ਆ, ਆਪਣਾ ਗੁਰੂ ਮੰਨ ਲੈਂਦੇ ਆ, ਲੇਕਿਨ ਇੱਕ ਸ਼ਰਤ ਤੇ ਕਿ ਜਿਹੜਾ ਤੁਸੀਂ ਅੰਮ੍ਰਿਤ ਛਕਾਇਆ ਨਾ ਤੇ ਤੁਸੀਂ ਸਾਰਿਆਂ ਨੂੰ ਇੱਕ ਕਰ ਦਿੱਤਾ ਹੈ, ਕੋਈ ਜਾਤੀ ਪਾਤੀ ਦਾ ਭੇਦ ਮਿਟਾ ਦਿੱਤਾ ਹੈ, ਤੇ ਅਸੀਂ ਵੀ ਅੰਮ੍ਰਿਤ ਛਕ ਲਾਂਗੇ, ਲੇਕਿਨ ਇੱਕ ਸਾਡੀ ਸ਼ਰਤ ਹੈ ਕਿ ਸਾਡਾ ਅੰਮ੍ਰਿਤ ਅਲੱਗ ਬਣਾਓ ਔਰ ਨੀਵੀਂ ਜਾਤ ਵਾਲਿਆਂ ਦਾ ਅਲੱਗ ਬਣਾਓ। ਅਸੀਂ ਉਹਨਾਂ ਨਾਲ ਬੈਠ ਕੇ ਉਹਨਾਂ ਦੇ ਬਾਟੇ ਵਿੱਚ ਹੀ ਅੰਮ੍ਰਿਤ ਨਹੀਂ ਛਕਣਾ, ਕਿਉਂਕਿ ਜਿਸਲੇ ਅੰਮ੍ਰਿਤ ਛਕਾਇਆ ਜਾਂਦਾ ਹੈ ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਬਾਟੇ ਵਿੱਚ ਜਿਹੜਾ ਅੰਮ੍ਰਿਤ ਬਚਦਾ ਹੈ ਉਹ ਫਿਰ ਸਾਰੇ ਉਸ ਬਾਟੇ ਨਾਲ ਸਾਰੇ ਪੀਂਦੇ ਨੇ, ਸਾਰਿਆਂ ਨੂੰ ਉਹ ਪੀਂਦਾ ਅੰਮ੍ਰਿਤ ਜਿਹੜਾ ਉਹ ਪੀਂਦੇ ਨੇ ਸਾਰੇ ਉਸੇ ਹੀ ਬਾਟੇ ਨਾਲ, ਤਾਂ ਕਿ ਭੇਦ ਭਾਵ ਜਾਤੀ ਪਾਤੀ ਸਭ ਖਤਮ ਕਰਤੀ ਗੁਰੂ ਜੀ ਨੇ। ਹੁਣ ਤੁਸੀਂ ਗੁਰੂ ਭਾਈ ਹੋ ਗਏ ਹੋ ਆਪਸ ਵਿੱਚ। ਤੇ ਪਹਾੜੀ ਰਾਜੇ ਕਹਿੰਦੇ ਸੀ ਕਿ ਤੁਸੀਂ ਸਾਡੇ ਲਈ ਅਲੱਗ ਅੰਮ੍ਰਿਤ ਬਣਾਓ, ਅਲੱਗ ਬਾਟਾ, ਤੇ ਤਾਂ ਅਸੀਂ ਤੁਹਾਨੂੰ ਆਪਣਾ ਗੁਰੂ ਮੰਨ ਲੈਂਦੇ ਆ। ਤੇ ਤੁਸੀਂ ਇਹਨਾਂ ਗਰੀਬਾਂ ਕੋਲੋਂ ਕੀ ਲੈਣਾ, ਇਹਨਾਂ ਕੋਲ ਤੇ ਕੁਝ ਹੈ ਵੀ ਨਹੀਂ, ਤੇ ਸਾਡੇ ਕੋਲ ਤੇ ਸੈਨਾ ਵੀ ਹੈ, ਰਾਜ ਭਾਗ ਹੈ, ਪੈਸਾ ਹੈ, ਹਰ ਚੀਜ਼ ਹੈ, ਤੇ ਅਸੀਂ ਤੁਹਾਡੀਆਂ ਬਾਹਾਂ ਬਣਾਂਗੇ, ਤੁਹਾਨੂੰ ਮਦਦ ਕਰਾਂਗੇ। ਤੇ ਗੁਰੂ ਸਾਹਿਬ ਨੇ ਕਿਹਾ ਮੈਨੂੰ ਚਾਹੀਦੀ ਨਹੀਂ ਤੁਹਾਡੀ ਮਦਦ, ਜਿਨ੍ਹਾਂ ਦੀ ਸੋਚ ਹੀ ਗੁਲਾਮੀ ਵਾਲੀ ਹੈ ਉਹ ਮੈਨੂੰ ਨਹੀਂ ਚਾਹੀਦੀ। ਔਰ ਇਹਨਾਂ ਨੇ ਮੈਨੂੰ ਪਹਿਚਾਨ ਦਿੱਤੀ ਹੈ, ਇਹਨਾਂ ਨੇ ਮੇਰੇ ਤੇ ਆਪਣਾ ਆਪ ਕੁਰਬਾਨ ਕੀਤਾ ਹੈ, ਤੇ ਉਹ ਗੁਰੂ ਗੋਬਿੰਦ ਸਿੰਘ ਜੀ ਕਹੇ ਇਹਨਾਂ ਦੇ ਕਰਕੇ ਮੈਂ ਹਾਂ। ਤਾਂ ਹੀ ਖਾਲਸੇ ਨੂੰ ਇੰਨਾ ਮਾਨ ਦਿੱਤਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ। ਉਹ ਕਹਿ ਰਹੇ ਮੈਂ ਵੀ ਇਹਨਾਂ ਦੀ ਕਿਰਪਾ ਨਾਲ ਹੀ ਸਜਿਆ, ਨਹੀਂ ਮੋਸੋ ਗਰੀਬ ਕਰੋੜ ਭਰੇ ਹੈ, ਮੇਰੇ ਜਿਹੇ ਨਹੀਂ ਤੇ ਕਰੋੜਾਂ ਲੋਕ ਨੇ। ਕੈਸੀ ਸੋਚ ਸੀ ਦਸਮ ਪਿਤਾ ਦੀ, ਕਿੰਨਾ ਪਿਆਰ ਉਹਨਾਂ ਨੇ ਆਪਣੇ ਸਿੱਖਾਂ ਨੂੰ ਕੀਤਾ ਕਿ ਆਪ ਹੀ ਅੰਮ੍ਰਿਤ ਬਣਾਇਆ, ਆਪ ਹੀ ਅੰਮ੍ਰਿਤ ਛਕਾਇਆ, ਤੇ ਫਿਰ ਆਪ ਹੀ ਕਹਿ ਰਹੇ ਨੇ ਕਿ ਇਹਨਾਂ ਕਰਕੇ ਮੈਂ ਹਾਂ, ਨਹੀਂ ਤੇ ਮੇਰੇ ਜੇ ਕਰੋੜਾਂ ਹੋਰ ਗਰੀਬ ਹੈ ਨੇ। ਤੇ ਫਿਰ ਪਹਾੜੀ ਰਾਜਿਆਂ ਨੇ ਕਿਹਾ ਕਿ ਨਹੀਂ ਅਸੀਂ ਇਕੱਠੇ ਨਹੀਂ ਬੈਠਣਾ, ਤੇ ਗੁਰੂ ਜੀ ਨੇ ਕਿਹਾ ਨਹੀਂ, ਗੁਰੂ ਨਾਨਕ ਦੇ ਘਰ ਵਿੱਚ ਸਮਾਨਤਾ ਹੈ, ਊਚ ਨੀਚ ਪਿੰਨ ਭੇਦ ਕੋਈ ਨਹੀਂ ਹੈ, ਵੱਡਾ ਛੋਟਾ ਕੋਈ ਨਹੀਂ ਹੈ, ਤੇ ਗੁਰੂ ਨਾਨਕ ਦਾ ਸਿਧਾਂਤ ਹੀ ਹੈ ਵੇ ਕਿ ਸਭ ਇੱਕ ਨੇ, ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਕੋ, ਸਾਰੇ ਇੱਕ ਹੀ ਨੇ। ਤੇ ਉੱਥੋਂ ਪਹਾੜੀ ਰਾਜਾ ਨੇ ਕਿਹਾ ਕਿ ਨਹੀਂ ਅਸੀਂ ਇਹ ਨਹੀਂ ਕਰ ਸਕਦੇ, ਤੇ ਫਿਰ ਉਹ ਬਾਰ-ਬਾਰ ਟਕਰਾਉਂਦੇ ਰਹੇ। ਗੁਰੂ ਸਾਹਿਬ ਦੀ ਜਿਹੜੀ ਰਾਜਨੀਤੀ ਔਰ ਧਰਮ ਨੀਤੀ, ਰਾਜਨੀਤੀ ਅੱਜ ਅਸੀਂ ਕਹਿੰਦੇ ਰਾਜਨੀਤੀ, ਲੇਕਿਨ ਗੁਰੂ ਸਾਹਿਬ ਨੇ ਰਾਜਨੀਤੀ ਨਹੀਂ, ਰਾਜਨੀਤੀ ਸੀ ਲੇਕਿਨ ਉਹਨਾਂ ਨੇ ਧਰਮ ਨੀਤੀ ਨੂੰ ਹਮੇਸ਼ਾ ਰਾਜਨੀਤੀ ਤੋਂ ਉੱਤੇ ਰੱਖਿਆ। ਔਰ ਗੁਰੂ ਸਾਹਿਬ ਦੀ ਸੋਚ ਦਾ ਨਤੀਜਾ ਅੱਜ ਵੀ ਕੋਈ ਮੁਸੀਬਤ ਆਂਦੀ ਹੈ ਕਿਧਰੇ ਵੀ, ਤੁਸੀਂ ਦੇਖਿਆ ਕਰੋਨਾ ਟਾਈਮ ਵਿੱਚ, ਤੇ ਬਾਹਰਲੇ ਮੁਲਕਾਂ ਨੇ ਵੀ ਕਿਹਾ ਕਿ ਹਰ ਇੱਕ ਕਲੋਨੀ ਵਿੱਚ ਗੁਰਦੁਆਰਾ ਹੋਣਾ ਚਾਹੀਦਾ, ਕਿਉਂਕਿ ਕਿੰਨੀ ਸੇਵਾ ਕੀਤੀ। ਮਤਲਬ ਕਰੋਨਾ ਦੇ ਸਮੇਂ ਤੇ ਜਿੱਥੇ ਲੋਕਾਂ ਨੂੰ ਆਪਣੇ ਧੀਆਂ ਪੁੱਤਰ ਨਹੀਂ ਸੀ ਹੱਥ ਲਗਾ ਰਹੇ, ਉੱਥੇ ਵੀ ਉਹਨਾਂ ਦਾ ਸੰਸਕਾਰ ਕੀਤਾ, ਘਰ ਘਰ ਖਾਣਾ ਪਹੁੰਚਾਇਆ, ਬਹੁਤ ਸੇਵਾ ਕੀਤੀ, ਗੁਰਦੁਆਰਿਆਂ 'ਚ ਲੰਗਰ ਲਗਾਏ, ਹਸਪਤਾਲਾਂ 'ਚ ਭੇਜੇ ਲੰਗਰ। ਤੇ ਉਹ ਜਿਹੜੀ ਸੋਚ ਦਿੱਤੀ ਦਸਮ ਪਿਤਾ ਨੇ, ਚਮਤਕਾਰਿਕ ਸੋਚ ਦਿੱਤੀ, ਉਹਦਾ ਹੀ ਨਤੀਜਾ ਅੱਜ ਵੀ ਅਸੀਂ ਜਿਹੜਾ ਉਹਦਾ ਫਲ ਪਾ ਰਹੇ ਹਾਂ। ਲੇਕਿਨ ਸਿਧਾਂਤ ਤੇ ਰਹਿਣਾ, ਜਦ ਤੱਕ ਸਿਧਾਂਤ ਤੇ ਨਹੀਂ ਰਵਾਂਗੇ ਤਦ ਤੱਕ ਉਹ ਨਿਡਰਤਾ, ਉਹ ਅੰਦਰ ਸੱਚ ਤੇ ਚੱਲਣ ਦੀ ਹਿੰਮਤ, ਸਿਧਾਂਤ ਤੇ ਚੱਲਣ ਦੀ ਹਿੰਮਤ ਨਹੀਂ ਆਏਗੀ। ਜਿੱਥੇ ਲੋਕ ਇੰਨਾ ਡਰ ਰਹੇ ਸੀ ਉੱਥੇ ਉਹ ਵੀ ਲੋਕ ਸੀ ਜਿਹੜੇ ਇੰਨੀ ਸੇਵਾ ਆਪਣੀ ਹੱਥੀ ਕਰ ਰਹੇ ਸੀ। ਤੇ ਗੁਰੂ ਸਾਹਿਬ ਨੇ, ਉਹ ਜਾਣਦੇ ਸੀ ਆਉਣ ਵਾਲੇ ਸਮੇਂ 'ਚ ਪਹਾੜੀ ਰਾਜੇ ਕੀ ਕਰਨਗੇ, ਤੇ ਉਹਨਾਂ ਨੇ ਜਿੱਥੇ ਆਤਮਿਕ ਬਲ ਲਈ ਕਥਾ ਕੀਰਤਨ ਸਤਸੰਗ ਰੱਖਿਆ, ਨਾਲ ਹੀ ਨਾਲ ਉਹਨਾਂ ਨੇ ਯੁੱਧ ਦੀ ਟ੍ਰੇਨਿੰਗ, ਮਾਰਸ਼ਲ ਆਰਟਸ ਜਿਹਨੂੰ ਕਿਹਾ ਜਾਂਦਾ ਹੈ, ਆਪਣੇ ਸਿੰਘਾਂ ਨੂੰ ਯੁੱਧ ਦੀ ਟ੍ਰੇਨਿੰਗ, ਮੁਕਾਬਲੇ ਕਰਾਣੇ ਉਹਨਾਂ ਦੇ, ਗੱਤਕਾ, ਹਰ ਤਰ੍ਹਾਂ ਦੇ ਜੰਗੀ ਸਮਾਨ ਕਾਰਖਾਨੇ ਉਹਨਾਂ ਨੇ ਅਨੰਦਪੁਰ ਸਾਹਿਬ 'ਚ ਲਗਾਏ, ਕਿਉਂਕਿ ਉਹ ਜਾਣਦੇ ਸੀ ਕਿ ਆਉਣ ਵਾਲੇ ਸਮੇਂ 'ਚ ਇਹਨਾਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਪਏਗੀ। ਤੇ 5 ਤੋਪਾਂ ਜਿਹੜੀਆਂ ਸੀ ਗੁਰੂ ਸਾਹਿਬ ਦੀ ਸੈਨਾ ਵਿੱਚ, ਬਾਗਨ, ਨਿਹੰਗਨ, ਕਾਲੀ, ਸਤੂਜੀਤ, ਵਿਜੇ ਕੋਸ਼, ਤੇ ਜਿਸ ਵੇਲੇ ਅਨੰਦਪੁਰ ਦਾ ਕਿਲਾ ਛੱਡਣ ਲਈ ਤਿਆਰ ਹੋਏ ਤੇ ਇਹ 5 ਤੋਪਾਂ ਜਿਹੜੀਆਂ ਸੀ ਇਹ ਦਰਿਆ 'ਚ ਦਬਾ ਦਿੱਤੀਆਂ, ਤੇ 2 ਹੋਰ ਛੋਟੀਆਂ ਤੋਪਾਂ ਜਿਹੜੀਆਂ ਸੀ ਉਹ ਕਿਲੇ ਦੇ ਅੰਦਰ ਹੀ ਥੱਲੇ ਦਬਾ ਦਿੱਤੀਆਂ, ਜਿਹੜੀਆਂ ਬਾਅਦ ਚੋਂ ਜਿਸ ਵੇਲੇ ਰੈਨੋਵੇਟ ਹੋਣ ਲੱਗਾ ਤੇ ਉਹ ਨਿਕਲੀਆਂ, ਤੇ ਉਹ ਲਾਹੌਰ ਦੇ ਕਿਲੇ 'ਚ ਅੱਜ ਵੀ ਨੇ।
ਤੇ ਗੁਰੂ ਜੀ ਨੇ ਆਪਣਾ ਧਰਤੀ ਤੇ ਆਉਣ ਦਾ ਜਿਹੜਾ ਮਕਸਦ ਸੀ, ਅੱਜ ਅਸੀਂ ਕਹਿੰਦੇ ਨਾ ਪਰਪਸ ਆਫ ਲਾਈਫ ਕੀ ਹੈ, ਉਹਨਾਂ ਨੇ ਆਪਣੀ ਕਲਮ ਨਾਲ ਹੀ ਲਿਖ ਕੇ ਦੱਸਿਆ ਕਿ ਹਮ ਇਹ ਕਾਜ ਜਗਤ ਮੋਆਏ ਧਰਮ ਹੇਤ ਗੁਰਦੇਵ ਪਠਾਏ। ਧਨ ਸੀ ਜਿਹੜਾ ਲਿਖਿਆ ਗਿਆ ਇਤਿਹਾਸ ਵਿੱਚ ਕਿ 10,47,000 ਦੀ ਕੀਮਤ ਸੀ ਉਸ ਧਨ ਦੀ, ਉਹ ਦਰਿਆ ਦੇ ਅੰਦਰ ਸਭ ਸਪੁਰਦ ਦਰਿਆ ਦੇ ਅੰਦਰ ਕਰ ਦਿੱਤਾ। ਜਿੰਨੇ ਜਰੀ ਦੇ ਕੱਪੜੇ, ਕੀਮਤੀ ਕੱਪੜੇ, ਜੋ ਵੀ ਸਮਾਨ ਸੀ, ਤੰਬੂ ਜਿਹੜੇ ਲੱਗਦੇ ਸੀ, ਚਾਂਦਨੀਆਂ ਲੱਗਦੀਆਂ ਸੀ, ਸਭ ਨੂੰ ਅੱਗ ਲਗਾ ਦਿੱਤੀ। ਲੇਕਿਨ ਸਾਰੇ ਸ਼ਸਤਰ ਜਿਹੜੇ ਸੀ, ਤੀਰ ਬੰਦੂਕਾਂ ਜਿਹੜੀਆਂ ਲੈ ਕੇ ਜਾਈਆਂ ਜਾ ਸਕਦੇ ਸੀ, ਸਭ ਤਲਵਾਰਾਂ ਢਾਲਾਂ, ਉਹ ਸਭ ਨਾਲ ਲੈ ਲਈਆਂ ਭਰ ਕੇ। ਕਿਉਂਕਿ ਦਸਮ ਪਿਤਾ ਜਾਣਦੇ ਸੀ ਕਿ ਜੇ ਇਹ ਤੋਪਾਂ ਔਰ ਇਹ ਪੈਸਾ ਦੁਸ਼ਮਣਾਂ ਦੇ ਹੱਥ ਲੱਗ ਜਾਏਗਾ ਤੇ ਉਹਨਾਂ ਦੀ ਤਾਕਤ ਵੱਧ ਜਾਏਗੀ, ਤੇ ਇਸ ਲਈ ਉਹਨਾਂ ਨੇ ਉਹ ਸਭ ਚੀਜ਼ਾਂ ਉੱਥੇ ਹੀ ਪਹਿਲੇ ਸੰਭਾਲੀਆਂ ਔਰ ਫਿਰ ਕਿਲਾ ਛੱਡਿਆ। ਤੇ ਜਿਸ ਵੇਲੇ ਅਗਰ ਅਸੀਂ ਦੇਖੀਏ ਜਿਹੜੇ ਕਿਲੇ ਦਸਮ ਪਿਤਾ ਨੇ ਬਣਾਏ, ਕੇਸਗੜ੍ਹ ਸਾਹਿਬ ਜਿਹਨੂੰ ਅੱਜ ਅਸੀਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਕਹਿੰਦੇ ਆ, ਆਨੰਦਗੜ੍ਹ ਕਿਲਾ ਬਣਾਇਆ, ਲੋਹਗੜ੍ਹ ਕਿਲਾ ਬਣਾਇਆ, ਹੋਲਗੜ੍ਹ ਕਿਲਾ, ਫਤਿਹਗੜ੍ਹ ਕਿਲਾ, ਤਾਰਾਗੜ੍ਹ ਕਿਲਾ, ਇਹ ਸਾਰੇ ਕਿਲੇ ਅਨੰਦਪੁਰ ਸਾਹਿਬ ਨੇ। ਔਰ ਅਨੰਦਪੁਰ ਸਾਹਿਬ ਦੀ ਬਣਾਵਟ ਜਿਹੜੀ ਹੈ ਸ਼ਹਿਰ ਦੀ, ਤੁਸੀਂ ਜਿਨ੍ਹਾਂ ਨੇ ਦਰਸ਼ਨ ਕੀਤੇ ਦੇਖੋ, ਬੜਾ ਹੀ ਸੋਹਣਾ ਜਗ੍ਹਾ ਹੈ ਪਹਾੜੀਆਂ ਦੇ ਵਿੱਚ, ਔਰ ਪਹਾੜੀਆਂ ਦੇ ਉੱਤੇ ਗੁਰੂ ਸਾਹਿਬ ਨੇ ਇਹ ਕਿਲੇ ਬਣਾਏ। ਸੋਚ ਗੁਰੂ ਸਾਹਿਬ ਦੀ ਕਿ ਦੁਸ਼ਮਣ ਆਸਾਨੀ ਨਾਲ ਪਹੁੰਚ ਨਾ ਸਕੇ, ਬੜੀ ਬੜੀ ਉਚਾਈ ਤੇ ਸਾਰੇ ਕਿਲੇ ਬਣਾਏ ਗਏ। ਔਰ ਅੱਜ ਅਸੀਂ ਪਾਵਰ ਆਫ ਵਰਡਸ ਦੀ ਗੱਲ ਕਰਨੇ ਆ, ਤੇ ਦਸਮ ਪਿਤਾ ਨੇ ਜਿਹੜੇ ਤੋਪਾਂ ਦੇ ਨਾਮ ਰੱਖੇ, ਜਿਹੜੇ ਤੁਸੀਂ ਪਿੱਛੇ ਦੇਖੇ ਹੋਣੇ, ਸਤੂਜੀਤ, ਕਾਲੀ, ਵਿਜੇ ਕੋਸ਼, ਬਾਗਨ, ਬਿਹੰਗਨ, ਉਹ ਨਾਮ ਵਿੱਚ ਹੀ ਇੰਨੀ ਤਾਕਤ ਹੈ। ਜਿਹੜੇ ਦਸਮ ਪਿਤਾ ਨੇ ਨਾਮ ਬਦਲ ਕੇ ਸਿੰਘ ਲਗਾਇਆ, ਨਾਲ ਕੌਰ ਲਗਾਇਆ। ਪਹਿਲੇ ਕੀ ਨਾਮ ਹੁੰਦੇ ਸੀ? ਪਹਿਲੇ ਗਰੀਬ ਦਾਸ, ਮਲੂਕ ਦਾਸ, ਇਸ ਤਰ੍ਹਾਂ ਦੇ ਨਾਮ ਹੁੰਦੇ ਸੀ ਕਿ ਨਾਮ ਵਿੱਚ ਹੀ ਤਾਕਤ ਨਹੀਂ ਹੈ। ਲੇਕਿਨ ਦਸਮ ਪਿਤਾ ਨੇ ਜਿਹੜੇ ਨਾਮ ਦਿੱਤੇ, ਤੇ ਕਿੰਨੇ ਜੋਸ਼ ਵਾਲੇ, ਕਿੰਨੇ ਤਾਕਤ ਵਾਲੇ ਨਾਮ ਦਿੱਤੇ। ਅੱਜ ਵੀ ਕਿਸੇ ਬੱਚੇ ਦਾ ਨਾਮ ਰੱਖਣਾ ਹੁੰਦਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਜਾ ਕੇ ਹੁਕਮਨਾਮਾ ਲੈ ਕੇ ਜਿਹੜਾ ਪਹਿਲਾ ਅਕਸ਼ਰ ਆਂਦਾ, ਉਹਦੇ ਹਿਸਾਬ ਨਾਲ ਅਸੀਂ ਨਾਮ ਰੱਖਣੇ ਆ। ਤੇ ਨਾਮ ਦੀ ਕਿੰਨੀ ਤਾਕਤ ਹੈ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਕਿਉਂਕਿ ਸ਼ਬਦਾਂ ਦੀ ਬਹੁਤ ਤਾਕਤ ਹੈ। ਕੈਸੇ ਸ਼ਬਦਾਂ ਦਾ ਅਸੀਂ ਇਸਤੇਮਾਲ ਕਰਨੇ ਆ, ਵੈਸੀ ਹੀ એનર્ਜੀ ਜਨਰੇਟ ਹੋ ਜਾਂਦੀ। ਅੱਜ ਅਸੀਂ ਜਿਹਨੂੰ એનર્ਜੀ ਸਾਇੰਸ ਕਹਿੰਦੇ ਆ, ਲੇਕਿਨ ਇਹ ਜਿਹੜੀ ਸਾਇੰਸ ਹੈ, ਇਹ ਤੇ ਸਾਨੂੰ ਗੁਰੂਆਂ ਨੇ ਪਹਿਲੇ ਹੀ ਦਿੱਤੀ ਹੋਈ ਹੈ। ਕੇਸਗੜ੍ਹ ਸਾਹਿਬ ਦਾ ਜਿਹੜਾ ਕੇਸਗੜ੍ਹ, ਜਿੱਥੇ ਕੇਸਾਂ ਨੂੰ ਇੰਨਾ ਮਹੱਤਵ ਦਿੱਤਾ ਗੁਰੂ ਸਾਹਿਬ ਨੇ ਕਿ ਸਿੱਖਾਂ ਨੂੰ ਕਿਹਾ ਕਿ ਤੁਸੀਂ ਕੇਸ ਰੱਖਣੇ ਨੇ, ਕੇਸ ਕੱਟਣੇ ਨੇ, ਜਿਹਨੂੰ ਸਿੱਖ ਧਰਮ 'ਚ ਕਿਹਾ ਜਾਂਦਾ ਕੇਸਾਂ ਨੂੰ ਕਤਲ ਨਹੀਂ ਕਰਨਾ। ਔਰ ਇਹਦੇ ਤੇ ਮੈਂ ਇੱਕ ਪੂਰਾ ਸੈਸ਼ਨ ਲਿਆ, ਲਿੰਕ ਮੈਂ ਸ਼ੇਅਰ ਕਰ ਦਾਂਗੀ ਕਿ ਕੇਸ ਰੱਖਣੇ ਕਿਉਂ ਜ਼ਰੂਰੀ ਨੇ। ਅੱਜ ਅਸੀਂ ਕਹਿੰਦੇ ਹਾਂ ਕਿ ਕਿਧਰੇ ਤੇ ਲਿਖਿਆ ਹੀ ਨਹੀਂ ਹੋਇਆ, ਤੇ ਸਾਨੂੰ ਤੇ ਛੂਟ ਹੈ, ਅਸੀਂ ਜੋ ਮਰਜ਼ੀ ਕਰੀਏ, ਇਹ ਕਿਧਰੇ ਨਹੀਂ ਲਿਖਿਆ ਹੋਇਆ। ਲੇਕਿਨ ਨਹੀਂ, ਇੰਨਾ ਮਾਣ ਦਿੱਤਾ ਗੁਰੂ ਸਾਹਿਬ ਨੇ, ਕੇਸਗੜ੍ਹ ਸਾਹਿਬ ਕਿਲਾ ਬਣਾਇਆ। ਆਨੰਦਗੜ੍ਹ, ਆਨੰਦਗੜ੍ਹ ਮਤਲਬ ਆਨੰਦ, ਆਨੰਦ ਦਾ ਸੋਮਾ, ਫੋਰਟ ਆਫ ਬਲਿਸ। ਲੋਹਗੜ੍ਹ ਕਿਲਾ, ਫੋਰਟ ਆਫ ਸਟੀਲ, ਜਿਹਨੂੰ ਕੋਈ ਲੋਹਾ ਜਿਹਨੂੰ ਕਹਿੰਦੇ, ਅਸੀਂ ਆਇਰਨ ਕਹਿੰਦੇ ਆ, ਜਿਹਨੂੰ ਕੋਈ ਤੋੜ ਨਾ ਸਕੇ। ਹੋਲਗੜ੍ਹ ਕਿਲਾ, ਜਿੱਥੇ ਹੋਲਾ ਮਹੱਲਾ ਮਨਾਇਆ ਜਾਂਦਾ ਸੀ, ਤੇ ਸੰਸਾਰ ਹੋਲੀ ਮਨਾਉਂਦਾ, ਤੇ ਦਸਮ ਪਿਤਾ ਨੇ ਕਿਹਾ ਲੋਗਨ ਕੀ ਹੋਲੀ ਮਮ ਹੋਲਾ, ਤੇ ਉੱਥੇ ਉਸ ਸਮੇਂ ਮੇਲਾ ਇੱਕ ਕਿਸਮ ਦਾ ਲੱਗਦਾ ਸੀ, ਤੇ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਸੀ। ਤੇ ਅੱਜ ਵੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਮਨਾਇਆ ਜਾਂਦਾ ਹੈ, ਜਿੱਥੇ ਰੰਗਾਂ ਨਾਲ ਹੋਲੀ ਮਨਾਈ ਜਾਂਦੀ ਹੈ। ਉੱਥੇ ਗੁਰੂ ਸਾਹਿਬ ਨੇ ਉਹਨੂੰ ਨਵਾਂ ਰੂਪ ਦਿੱਤਾ ਕਿ ਸਤਸੰਗ ਕਰੋ, ਕੀਰਤਨ ਕਰੋ, ਪਹਿਲੇ ਆਤਮਿਕ ਬਲ ਵਧਾਓ। ਫਿਰ ਉੱਥੇ ਗੁਰੂ ਸਾਹਿਬ ਟੋਲੀਆਂ ਬਣਾ ਕੇ ਯੁੱਧ ਦੇ ਮੁਕਾਬਲੇ ਕਰਾਉਂਦੇ ਸੀ, ਯੁੱਧ ਨੀਤੀ ਸਿਖਾਉਂਦੇ ਸੀ। ਫਿਰ ਆਖਰੀ ਦਿਨ ਰੰਗ ਖੇਡਿਆ ਜਾਂਦਾ ਸੀ। ਫਤਿਹਗੜ੍ਹ, ਜਿਹੜਾ ਬਾਬਾ ਫਤਿਹ ਸਿੰਘ ਜੀ ਦੀ ਜਨਮ ਦੇ ਸਮੇਂ ਖੁਸ਼ੀ ਵਿੱਚ ਇਹ ਕਿਲਾ ਬਣਾਇਆ ਗਿਆ ਕਿ ਅਸੀਂ ਕਹਿੰਦੇ ਹਾਂ ਹਰ ਮੈਦਾਨ ਫਤਿਹ, ਹਰ ਜਗ੍ਹਾ ਜੀਤੀ ਹੋਏ, ਵਿਕਟਰੀ। ਤਾਰਾਗੜ੍ਹ ਕਿਲਾ, ਜਿਹਨੂੰ ਅਸੀਂ ਅੱਜ ਕਹਿੰਦੇ ਹਾਂ ਕਿ ਅਦਰ ਡਾਇਮੈਂਸ਼ਨਸ ਦੀ ਅਸੀਂ ਗੱਲਾਂ ਕਰਨੇ ਆ,
ਤੇ ਗੁਰੂ ਸਾਹਿਬ ਨੇ ਉਹ ਕਿਲਾ ਬਣਾਇਆ ਉੱਥੇ, ਤਾਰਾਗੜ੍ਹ ਕਿਲਾ ਬਣਾਇਆ, ਤੇ ਅਸੀਂ ਇਹ ਕਹਿ ਸਕਨੇ ਆ ਕਿ ਜਿੱਥੋਂ ਉੱਚ ਲੋਕਾਂ ਦਾ ਜਿਹੜਾ ਗਿਆਨ ਹੈ ਉਹ ਡਾਊਨਲੋਡ ਕੀਤਾ ਜਾ ਸਕੇ ਆਸਾਨੀ ਨਾਲ। ਤੇ ਐਸੇ ਕਿਲੇ ਬਣਾਏ ਅਨੰਦਪੁਰ ਸਾਹਿਬ ਦੀ ਸੁਰੱਖਿਆ ਲਈ ਆਪਣੀ ਹੱਥੀ। ਕੈਸੀ ਸੋਚ ਸੀ ਉਹਨਾਂ ਦੀ ਕਿ ਉਹਨਾਂ ਨੇ ਜਿਹੜੇ ਨਾਮ ਵੀ ਰੱਖੇ, ਸਾਹਿਬਜ਼ਾਦਿਆਂ ਦੇ ਨਾਮ ਤੁਸੀਂ ਦੇਖੋ, ਸਾਹਿਬਜ਼ਾਦਾ ਅਜੀਤ ਸਿੰਘ ਜੀ ਜਿਹਨੂੰ ਕਦੀ ਜਿੱਤਿਆ ਨਹੀਂ ਜਾ ਸਕਦਾ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ, ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਫਤਿਹ ਸਿੰਘ ਜੀ, ਔਰ ਕਿੰਨੀ ਸ਼ਕਤੀ ਸੀ ਉਹਨਾਂ ਨਾਮ ਦੇ ਅੰਦਰ। ਐਸੇ ਤਰ੍ਹਾਂ ਗੁਰੂ ਸਾਹਿਬ ਨੇ ਜੋ ਵੀ ਤੋਪਾਂ ਦੇ ਵੀ ਨਾਮ ਰੱਖੇ, ਅਗਰ ਕਿਲਿਆਂ ਦੇ ਵੀ ਨਾਮ ਰੱਖੇ, ਉਹ ਜਿਹੜੀ ਪਾਵਰ ਆਫ ਵਰਡ ਹੈ, ਸਾਇੰਸ ਆਫ ਵਰਡ ਸਾਇੰਸ ਹੈ ਜਿਹੜੀ, ਉਹਨੂੰ ਕਿੰਨੀ ਖੂਬਸੂਰਤੀ ਨਾਲ ਇਸਤੇਮਾਲ ਕੀਤਾ ਕਿ ਨਾਮ ਲੈਂਦੇ ਹੀ ਬੰਦੇ ਦੇ ਅੰਦਰ ਵੀਰ ਰਸ ਦਾ ਸੰਚਾਰ ਹੋ ਜਾਏ। ਤੇ ਮਈ ਤੋਂ ਲੈ ਕੇ ਦਸੰਬਰ ਤੱਕ ਜਿਸ ਵੇਲੇ ਕੋਈ ਰਸਤਾ ਨਹੀਂ ਮਿਲਿਆ, ਇਹਨਾਂ ਨੂੰ ਨਹੀਂ ਜਿੱਤ ਸਕੇ, ਕਿਸੇ ਵੀ ਤਰ੍ਹਾਂ ਝੁਕਾ ਨਹੀਂ ਸਕੇ, ਤੇ ਫਿਰ ਉਹਨਾਂ ਨੇ ਔਰੰਗਜ਼ੇਬ ਨਾਲ ਮਿਲ ਕੇ ਸੈਨਾ ਬੁਲਾ ਕੇ ਘੇਰਾ ਪਾ ਲਿਆ ਅਨੰਦਪੁਰ ਸਾਹਿਬ ਨੂੰ। ਘੇਰਾ ਪਾ ਕੇ ਦਾਣਾ ਪਾਣੀ ਅੰਦਰ ਜਾਣਾ ਸਭ ਬੰਦ ਕਰ ਦਿੱਤਾ। ਪਹਾੜੀ, ਫਿਰ ਜਿਸ ਵੇਲੇ ਬਰਸਾਤ ਦਾ ਮੌਸਮ ਵੀ ਆਇਆ ਵਿੱਚ, ਗਰਮੀ, ਮਈ ਤੋਂ ਗਰਮੀ ਸ਼ੁਰੂ ਹੋ ਜਾਂਦੀ ਹੈ, ਫਿਰ ਬਰਸਾਤ ਦਾ ਮੌਸਮ ਆਇਆ, ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲ ਗਈਆਂ। ਹੁਣ ਅੰਦਰ ਤੇ ਕਿਲੇ ਵਿੱਚ ਸਭ ਸੁਰੱਖਿਅਤ ਨੇ, ਲੇਕਿਨ ਜਿਹੜੇ ਪਹਾੜੀ ਰਾਜੇ, ਜਿਹੜੀ ਸੈਨਾ ਹੈ, ਉਹ ਤੇ ਬਾਹਰ ਹੈ, ਤੇ ਕਈ ਤਰ੍ਹਾਂ ਦੇ ਪਰੇਸ਼ਾਨ ਹੋ ਗਈ ਸੈਨਾ ਉਹਨਾਂ ਦੀ। ਤੇ ਫਿਰ ਉਹਨਾਂ ਨੇ ਇਹ ਸਕੀਮ ਬਣਾਈ ਕਿ ਕਿਲੇ ਦੇ ਅੰਦਰ ਦਾਣਾ ਪਾਣੀ ਜਾਣਾ ਬੰਦ ਕਰ ਦੋ, ਕਦ ਤੱਕ ਲੜਨਗੇ। ਤੇ ਫਿਰ ਦਾਣਾ ਪਾਣੀ ਜਾਣਾ ਬੰਦ ਕਰ ਦਿੱਤਾ, ਪਾਣੀ ਵੀ ਬੰਦ ਕਰ ਦਿੱਤਾ। ਤੇ ਕੈਸੇ ਔਖੇ ਸਮੇਂ ਵਿੱਚ ਉਹਨਾਂ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਤੇ ਜਿਸ ਵੇਲੇ ਅੱਕ ਗਏ ਪਹਾੜੀ ਰਾਜੇ ਵੀ, ਤੇ ਔਰੰਗਜ਼ੇਬ ਵੀ ਉਹ ਬਾਰ-ਬਾਰ ਸੁਨੇ ਦੇ ਰਿਹਾ ਕਿ ਤੁਹਾਡੇ ਕੋਲ ਅਜੇ ਥੋੜੇ ਜਿਹੇ ਸਿੰਘ ਨਹੀਂ ਕਾਬੂ ਆ ਰਹੇ, ਕਿ ਗੁਰੂ ਨੂੰ ਤੁਸੀਂ ਨਹੀਂ ਪਕੜ ਪਾ ਰਹੇ। ਤੇ ਫਿਰ ਉਹਨਾਂ ਨੇ ਚਾਲ ਖੇਡੀ ਕਿ ਪੰਮਾ ਪੁਰੋਹਿਤ ਪਹਾੜੀ ਰਾਜਿਆਂ ਦਾ ਜਿਹੜਾ ਸੀ, ਔਰ ਔਰੰਗਜ਼ੇਬ ਦੀ ਤਰਫੋਂ ਸਮਾਨੇ ਦਾ ਜਿਹੜਾ ਕਾਜੀ ਸੀ, ਉਹਨੇ ਔਰੰਗਜ਼ੇਬ ਦੇ ਸਾਈਨ ਕੀਤੀ ਹੋਈ ਕੁਰਾਨ ਦਸਮ ਪਿਤਾ ਕੋਲ ਲੈ ਕੇ ਗਏ, ਚਿੱਟਾ ਝੰਡਾ ਫਹਿਰਾਉਂਦੇ ਹੋਏ ਜੀ ਕਿ ਅਸੀਂ ਸੁਲਾਹਨਾਮੇ ਵਾਸਤੇ ਆਏ ਆ। ਤੇ ਪੰਮਾ ਪੁਰੋਹਿਤ ਜਿਹੜਾ ਸੀ, ਆਟੇ ਦੀ ਗਾਂ ਔਰ ਜਨੇਊ ਬਣਾਇਆ, ਔਰ ਇਹਨਾਂ ਨੇ ਜਾ ਕੇ ਦਸਮ ਪਿਤਾ ਨੂੰ ਕਿਹਾ ਕਿ ਤੁਸੀਂ ਇੱਕ ਵਾਰੀ ਕਿਲਾ ਛੱਡ ਦਿਓ, ਤੁਸੀਂ ਤੇ ਫਕੀਰ ਹੋ, ਤੁਸੀਂ ਕੀ ਲੈਣਾ ਕਿਲਿਆਂ ਵਿੱਚੋਂ, ਇਹਨਾਂ ਚੋਂ ਤੇ ਰਾਜਿਆਂ ਦਾ ਕੰਮ ਹੈ, ਤੁਸੀਂ ਕਿਧਰੇ ਹੋਰ ਜਾ ਕੇ ਵਸ ਜਾਓ, ਅਸੀਂ ਤੁਹਾਨੂੰ ਕੁਝ ਨੁਕਸਾਨ ਨਹੀਂ ਕਰਾਂਗੇ। ਤੇ ਤੁਸੀਂ, ਅਸੀਂ ਦੇਖੋ ਅਸੀਂ ਕਸਮ ਖਾ ਰਹੇ ਹਾਂ। ਤੇ ਉਹਨਾਂ ਨੇ ਮੁਹੰਮਦ ਦੀ, ਪੀਰ ਮੁਹੰਮਦ ਦੀ ਕਸਮ ਖਾਦੀ। ਇਹਨਾਂ ਨੇ ਗਾਂ ਨੂੰ ਮਾਤਾ ਅਸੀਂ ਕਹਿੰਦੇ ਆ, ਗਾਂ ਮਾਤਾ ਹੈ, ਉਹਦੀ ਕਸਮ ਖਾਦੀ, ਜਨੇਊ ਦੀ ਕਸਮ ਖਾਦੀ, ਆਪਣੇ ਗੁਰੂਆਂ ਦੀ, ਪੀਰਾਂ ਦੀ ਕਸਮ ਖਾਦੀ, ਤੇ ਕਿਹਾ ਤੁਸੀਂ ਚਲੇ ਜਾਓ, ਤੁਹਾਡਾ ਕੋਈ ਅਸੀਂ ਨੁਕਸਾਨ ਨਹੀਂ ਕਰਾਂਗੇ। ਲੇਕਿਨ ਗੁਰੂ ਸਾਹਿਬ ਜਾਣਦੇ ਸੀ ਕਿ ਇਹਨਾਂ ਨੇ ਨੁਕਸਾਨ ਕਰਨਾ ਹੈ ਸਾਨੂੰ ਧੋਖੇ ਨਾਲ, ਕਿਉਂਕਿ ਕਿਲੇ ਦੇ ਅੰਦਰ ਇਹ ਸਾਡਾ ਕੁਝ ਵਿਗਾੜ ਨਹੀਂ ਪਾ ਰਹੇ। ਤੇ ਇਹਨਾਂ ਨੇ, ਜੇ ਅਸੀਂ ਕਿਲਾ ਛੱਡ ਕੇ ਬਾਹਰ ਚਲੇ ਗਏ ਤੇ ਇਹਨਾਂ ਨੇ ਸਾਡਾ ਬਹੁਤ ਨੁਕਸਾਨ ਕਰਨਾ ਹੈ, ਸਾਡੇ ਨਾਲ ਯੁੱਧ ਕਰਨਾ ਹੈ। ਤੇ ਫਿਰ ਜਿਸ ਵੇਲੇ ਸਿੰਘ ਜਿਹੜੇ ਸੀ, ਉਹਨਾਂ ਨੇ ਵੀ ਕਿਹਾ ਕਿ ਗੁਰੂ ਸਾਹਿਬ ਛੱਡ ਦੋ ਕਿਲਾ, ਹੁਣ ਤੇ ਕਸਮਾਂ ਖਾ ਰਹੇ ਨੇ। ਤੇ ਗੁਰੂ ਸਾਹਿਬ ਨੇ ਕਿਹਾ ਕਿ ਨਹੀਂ, ਤੁਹਾਨੂੰ ਅਸੀਂ ਦਿਖਾਣੇ ਆ। ਤੇ ਉਹਨਾਂ ਨੇ ਕਿਹਾ ਕਿ ਠੀਕ ਹੈ, ਅਸੀਂ ਕਿਲਾ ਛੱਡਨੇ ਆ, ਤੁਸੀਂ ਗੱਡੇ ਬੈਲ ਸਭ ਭੇਜੋ ਜਿਹਦੇ ਤੇ ਅਸੀਂ ਸਮਾਨ ਲੱਦ ਕੇ ਲੈ ਜਾਈਏ। ਤੇ ਕਿਉਂਕਿ ਸਾਰੇ ਜਾਣਦੇ ਸੀ ਕਿ ਗੁਰੂ ਘਰ 'ਚ ਬਹੁਤ ਪੈਸਾ ਚੜਾਵਾ ਬਹੁਤ ਚੜਦਾ ਹੈ, ਸੰਗਤਾਂ ਬਹੁਤ ਕੁਝ ਸੋਨਾ ਹੀਰਾ ਸਭ ਦਿੰਦੀਆਂ ਨੇ, ਹੀਰੇ। ਤੇ ਉਹ ਗੁਰੂ ਸਾਹਿਬ ਨੇ ਸਿੱਖਾਂ ਨੂੰ ਦਿਖਾਉਣ ਲਈ, ਭਰਮ ਦੂਰ ਕਰਨ ਲਈ ਕਿ ਦੇਖੋ ਇਹ ਧੋਖਾ ਦੇਣਗੇ। ਤੇ ਉਹ ਸਾਰੇ ਟੁੱਟੇ ਹੋਏ ਬਰਤਨ, ਜਿਹੜੇ ਜਾਨਵਰ ਮਰ ਗਏ ਸੀ ਉਹਨਾਂ ਦੇ ਕੰਕਾਲ, ਸਭ ਕੁਝ ਗੱਡੇ ਭਰ ਕੇ ਉੱਤੇ ਸੋਨੇ ਦੁਸ਼ਾਲੇ ਦੇ ਕੇ ਤੇ ਕਿਹਾ ਭੇਜ ਦਿੱਤਾ ਕਿਲੇ ਤੋਂ ਬਾਹਰ। ਤੇ ਥੋੜੇ ਹੀ ਅੱਗੇ ਗਏ ਤੇ ਮੁਗਲ ਸੈਨਾ, ਪਹਾੜੀ ਰਾਜਿਆਂ ਨੇ ਸਮਝਿਆ ਕਿ ਗੁਰੂ ਸਾਹਿਬ ਦਾ ਖਜ਼ਾਨਾ ਜਾ ਰਿਹਾ, ਤੇ ਉਹਨਾਂ ਨੇ ਲੁੱਟ ਲਿਆ। ਤੇ ਦੇਖਿਆ ਤੇ ਕੁਝ ਵੀ ਨਹੀਂ ਸੀ, ਸਭ ਠਿਕਰੀਆਂ ਔਰ ਉਹ ਸਭ ਜੋ ਵੀ ਅੰਦਰ ਦਾ ਟੁੱਟੇ ਭੱਜੇ ਭਾਂਡੇ ਸਭ ਉਹ ਸੀ। ਫਿਰ ਉਹਨਾਂ ਨੂੰ ਬੜੀ ਸ਼ਰਮ ਆਈ ਕਿ ਹੁਣ ਅਸੀਂ ਕੀ ਕਰੀਏ, ਤੇ ਅਸੀਂ ਗਲਤ ਕਰ ਬੈਠੇ ਆ। ਤੇ ਗੁਰੂ ਸਾਹਿਬ ਨੇ ਫਿਰ ਕਿਹਾ ਸਿੱਖਾਂ ਨੂੰ ਕਿ ਦੇਖੋ, ਅਗਰ ਅਸੀਂ ਕਿਲੇ ਤੋਂ ਬਾਹਰ ਜਾਵਾਂਗੇ ਤੇ ਸਾਡੇ ਨਾਲ ਇਹਨਾਂ ਨੇ ਇਹੀ ਵਰਤਾਰਾ ਕਰਨਾ ਹੈ, ਕਿਲੇ ਵਿੱਚ ਅਸੀਂ ਸੁਰੱਖਿਅਤ ਆ, ਥੋੜੇ ਦਿਨ ਹੋਰ ਰੁਕ ਜਾਓ ਤੇ ਇਹ ਖਤਮ ਹੋ ਜਾਏਗਾ ਯੁੱਧ। ਲੇਕਿਨ ਭੁੱਖ ਨੇ ਸਾਰਿਆਂ ਨੂੰ ਇੰਨਾ ਵਿਆਕੁਲ ਕਰ ਦਿੱਤਾ ਕਿ ਕੁਝ ਤੇ ਫਿਰ ਸਾਥ ਛੱਡ ਕੇ ਚਲੇ ਗਏ, ਔਰ ਕੁਝ ਜਿਹੜੇ ਸੀ ਉਹਨਾਂ ਨੇ ਮਾਤਾ ਗੁਜਰੀ ਜੀ ਨੂੰ ਜਾ ਕੇ ਕਿਹਾ ਕਿ ਤੁਸੀਂ ਸਮਝਾਓ, ਪਹਾੜੀ ਰਾਜੇ ਹੁਣ ਕਸਮਾਂ ਖਾ ਰਹੇ ਨੇ। ਫਿਰ ਇਹਨਾਂ ਨੇ ਦੁਬਾਰਾ ਕਸਮ ਖਾਦੀ, ਇਹ ਦੂਜੀ ਵਾਰ ਕਸਮ ਖਾਦੀ, ਤੇ ਔਰੰਗਜ਼ੇਬ ਨੇ ਆਪਣੀ ਹੱਥੀ ਕੁਰਾਨ ਦਸਖਤ ਕਰਕੇ ਭੇਜੀ ਕਿ ਮੈਂ ਇਹ ਤੁਹਾਨੂੰ ਬਚਨ ਦੇਣਾ ਕਿ ਤੁਹਾਡਾ ਕੋਈ ਵੀ ਨੁਕਸਾਨ ਨਹੀਂ ਕੀਤਾ ਜਾਏਗਾ, ਬਸ ਤੁਸੀਂ ਕਿਲਾ ਛੱਡ ਕੇ ਚਲੇ ਜਾਓ। ਤੇ
जिस वेले यह चीज होई ते भाई दया जिस वेले गुरु साहब ने कहा कि ठीक है अज असीं किला छड्ड देंगे, ते भाई दया सिंह जी ने जिहड़े सी उन्होंने पूछया गुरु साहब कोलों कि तुसीं सब कुछ जानदे हो, तुसीं सानू करके भी दिखा दिता, फिर हुण तुसीं किला छड्डण लई क्यों तैयार हो गए हो? ते दसम पिता ने कमाल दा जवाब दिता कि इन्हां ने शपथ खाधी है हुण गऊ दी, जनेऊ दी, और कुरान दी इन्हां ने कसम खाधी है। ਆਪਣੇ ਧਾਰਮਿਕ ਜਿਹੜੇ ਇਹਨਾਂ ਦੇ ਚਿੰਨ੍ਹ ਨੇ, ਇਹਨਾਂ ਨੇ ਆਪਣੇ ਪੀਰਾਂ ਨੂੰ, ਆਪਣੇ ਗੁਰੂਆਂ ਨੂੰ ਜਾਮਨ ਪਾਇਆ, ਉਹਨਾਂ ਦੀ ਕਸਮ ਖਾਧੀ ਹੈ ਇਹਨਾਂ ਨੂੰ, ਤੇ ਧਾਰਮਿਕ ਜਿਹੜੇ ਚਿੰਨ੍ਹ ਨੇ ਉਹਨਾਂ ਦਾ ਸਨਮਾਨ ਕਰਨਾ ਅਸੀਂ, ਕਿਉਂਕਿ ਅਸੀਂ ਧਰਮ ਦੀ ਰੱਖਿਆ ਲਈ ਆਏ ਹਾਂ। ਅਗਰ ਅੱਜ ਅਸੀਂ ਇਹਨਾਂ ਕਸਮਾਂ, ਸਾਨੂੰ ਪਤਾ ਹੈ ਝੂਠੀਆਂ ਨੇ, ਲੇਕਿਨ ਅਗਰ ਅੱਜ ਅਸੀਂ ਇਹਨਾਂ ਕਸਮਾਂ ਤੇ ਸਨਮਾਨ ਨਹੀਂ ਕਰਦੇ ਇਹਨਾਂ ਦੇ ਗੁਰੂਆਂ ਪੀਰਾਂ ਦਾ, ਤੇ ਫਿਰ ਇਹ ਜਿਹੜਾ ਇਹ ਲੋਕੀ ਕਹਿਣਗੇ ਕਿ ਅਸੀਂ ਆਪਣੇ ਧਰਮ ਨੂੰ ਮਹਾਨ ਸਮਝਿਆ, ਦੂਜਿਆਂ ਨੂੰ ਮਹਾਨ ਨਹੀਂ ਸਮਝਿਆ। ਸਾਡੇ ਲਈ ਸਭ ਬਰਾਬਰ ਨੇ। ਸਾਨੂੰ ਪਤਾ ਹੈ ਇਹਨਾਂ ਨੇ ਧੋਖਾ ਕਰਨਾ ਹੈ, ਕਿਉਂਕਿ ਇਹ ਕਸਮਾਂ ਖਾ ਰਹੇ ਨੇ ਆਪਣੇ ਗੁਰੂ ਪੀਰਾਂ ਦੀਆਂ, ਇਸ ਲਈ ਅਸੀਂ ਹੁਣ ਕਿਲਾ ਛੱਡਣਾ ਹੈ। ਤੇ ਉਹ ਫਿਰ ਉਹਨਾਂ ਨੇ ਫਿਰ ਉਹੀ ਗੱਲ ਕੀਤੀ, ਫਿਰ ਕਸਮਾਂ ਤੋੜੀਆਂ। ਤੇ ਫਿਰ ਜਿਸ ਵੇਲੇ ਗੁਰੂ ਸਾਹਿਬ ਨੇ ਐਸੀ ਨੀਤੀ ਬਣਾਈ ਕਿ ਕਿਸ ਤਰ੍ਹਾਂ ਕਿਲਾ ਛੱਡਣਾ ਹੈ, ਔਰ ਉਹਨਾਂ ਨੇ ਪੂਰੀ ਜਿੰਨੇ ਵੀ ਨਾਲ ਸਿੰਘ ਸੀ ਉਹਨਾਂ ਦੀ ਕਿਲੇਬੰਦੀ ਕੀਤੀ। ਤੇ ਤਾਰ ਕਹਿੰਦੇ ਨੇ ਬਹੁਤ ਫੇਮਸ ਹੈ ਕਵਿਤਾ ਇੱਕ, ਤਾरों की छाव में किले से सतगुर रवां हुए। मतलब जिस ਵੇਲੇ ਰਾਤ ਪੈ ਗਈ ਤੇ ਉਸ ਟਾਈਮ ਗੁਰੂ ਸਾਹਿਬ ਨੇ ਕਿਲਾ ਛੱਡਿਆ। ਕਿੰਨੀ ਦੂਰ ਦੀ ਸੋਚ ਸੀ ਗੁਰੂ ਸਾਹਿਬ ਦੀ, ਕਿਉਂਕਿ ਰਾਤ ਦੇ ਹਨੇਰੇ ਦੇ ਸਮੇਂ ਰਸਤਾ ਨਹੀਂ ਸੀ, ਉਸ ਟਾਈਮ ਇਸ ਤਰ੍ਹਾਂ ਲਾਈਟਾਂ ਨਹੀਂ ਸੀ ਹੁੰਦੀਆਂ, ਤੇ ਉਸ ਟਾਈਮ ਉਹਨਾਂ ਨੇ ਕਿਲਾ ਛੱਡਿਆ। ਤੇ ਕਿਲਾ ਛੱਡਣ ਤੋਂ ਪਹਿਲੇ ਅਨੰਦਪੁਰ ਸਾਹਿਬ ਦੀ ਗਲੀ ਗਲੀ ਵਿੱਚ ਗੁਰੂ ਸਾਹਿਬ ਪਰਿਵਾਰ ਨਾਲ ਪੂਰਾ ਇੱਕ ਜਿਹੜਾ ਕਹਿੰਦੇ ਨਾ ਨਿਰੀਖਣ ਕੀਤਾ, ਪਿਆਰ ਕੀਤਾ, ਇੱਕ ਇੱਕ ਜ਼ਰਰੇ ਜ਼ਰਰੇ ਨੂੰ ਪਿਆਰ ਕੀਤਾ, ਕਿਉਂਕਿ ਸਭ ਤੋਂ ਜ਼ਿਆਦਾ ਸਮੇਂ ਗੁਰੂ ਸਾਹਿਬ ਦਾ ਅਨੰਦਪੁਰ ਸਾਹਿਬ ਹੀ ਬੀਤਿਆ। ਫਿਰ ਉਹ ਉੱਥੋਂ ਗਏ ਆਪਣੇ ਪਿਤਾ, ਜਿੱਥੇ ਕੱਲ ਹੀ ਸੀਸ ਸੰਸਕਾਰ ਦਿਵਸ ਮਨਾਇਆ ਗਿਆ ਅਨੰਦਪੁਰ ਸਾਹਿਬ ਵਿੱਚ, ਕਿ ਉੱਥੇ ਫਿਰ ਉਹ ਜਿੱਥੇ ਪਿਤਾ ਦਾ ਸੰਸਕਾਰ ਕੀਤਾ ਸੀ ਉੱਥੇ ਗਏ, ਮੱਥਾ ਟੇਕਿਆ, ਉੱਥੇ ਅਰਦਾਸ ਕੀਤੀ। ਤੇ ਗੁਰੂ ਸਾਹਿਬ ਨੇ ਕਿਹਾ ਕਿ ਹੁਣ ਇਹਦੇ ਇੱਥੇ ਸਥਾਨ ਤੇ ਦੀਵਾ ਬੱਤੀ ਕਰਨ ਲਈ, ਨੇਮ ਕਰਨ ਲਈ ਕੋਈ ਜ਼ਿੰਮੇਵਾਰੀ ਲਏ। ਤੇ ਉਸ ਵੇਲੇ ਉਹ ਜ਼ਿੰਮੇਵਾਰੀ ਜਿਹੜੀ ਸੀ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਜੀ ਨੂੰ ਦਿੱਤੀ, ਜਿਹੜੀ ਗੁਰੂ ਨਾਨਕ ਦੇਵ ਜੀ ਦੇ ਸਾਹਿਬਜ਼ਾਦੇ ਸ਼੍ਰੀ ਚੰਦ ਜੀ ਨੇ ਨਿਰਮਲੇ ਉਦਾਸੀ ਪੰਥ ਚਲਾਇਆ ਸੀ, ਉਹ ਉਹਦੇ ਉਦਾਸੀ ਪੰਥ ਵਿੱਚੋਂ ਸਨ। ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਥੇ ਦੀ ਸੇਵਾ ਸੰਭਾਲ ਕਰੋ, ਕਿਉਂਕਿ ਇਹ ਕਿਹਾ ਜਾਂਦਾ ਹੈ ਕਿ ਜਿਹਦੇ ਅੱਗੋਂ ਵੰਸ਼ ਜਿਹੜੀ ਹੁੰਦੀ ਹੈ, ਪੁੱਤਰ ਹੁੰਦੇ ਨੇ, ਤੇ ਉਹ ਦੀਵਾ ਬੱਤੀ ਕਰਦੇ ਨੇ। ਇਹ ਦੀਵਾ ਬੱਤੀ ਕਰਨਾ ਕੋਈ ਕਰਮ ਕਾਂਡ ਦੇ ਉਹਦੇ ਚ ਨਹੀਂ ਗੁਰੂ ਸਾਹਿਬ ਨੇ ਕਿਹਾ। ਕਹਿੰਦੇ ਨੇ ਕਿ ਸਰਕਾਰ ਵੀ ਜਿੱਥੇ ਹੁੰਦਾ ਨਾ, ਅਗਰ ਜ਼ਮੀਨ ਕਿਸੇ ਦੀ ਲੈਂਦੀ ਹੈ ਤੇ ਉਹ ਕਹਿੰਦੇ ਇੱਥੇ ਬੰਦ ਹੈ, ਦੀਵਾ ਬੱਤੀ ਕੋਈ ਨਹੀਂ ਹੁੰਦਾ, ਤੇ ਇਹ ਸਰਕਾਰੀ ਜ਼ਮੀਨ ਹੋ ਗਈ ਹੈ। ਤੇ ਗੁਰੂ ਸਾਹਿਬ ਨੇ ਕਿਹਾ ਅਸੀਂ ਅਨੰਦਪੁਰ ਛੱਡ ਰਹੇ ਹਾਂ, ਲੇਕਿਨ ਇੱਥੇ ਹਮੇਸ਼ਾ ਸੰਗਤਾਂ ਆਉਂਦੀਆਂ ਰਹਿਣਗੀਆਂ, ਔਰ ਇਹ ਜਿਹੜਾ ਸਥਾਨ ਹੈ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ, ਇੱਥੇ ਹਮੇਸ਼ਾ ਦੀਵਾ ਬੱਤੀ ਹੁੰਦਾ ਰਹੇਗਾ, ਸੇਵਾ ਸੰਭਾਲ ਹੁੰਦੀ ਰਹੇਗੀ, ਕਥਾ ਕੀਰਤਨ ਹੁੰਦਾ ਰਹੇਗਾ। ਹੁਣ ਦੇਖੋ ਕਿ ਇੱਕ ਪਾਸੇ ਤੇ ਘੇਰਾ ਪਿਆ ਅਨੰਦਪੁਰ ਸਾਹਿਬ ਨੂੰ, ਗੁਰੂ ਸਾਹਿਬ ਕਿਲਾ ਛੱਡ ਰਹੇ ਨੇ, ਇੱਕ ਪਾਸੇ ਭਾਈ ਗੁਰਬਖਸ਼ ਸਿੰਘ ਜੀ ਨੂੰ ਕਹਿ ਰਹੇ ਨੇ ਕਿ ਤੁਸੀਂ ਇਸ ਸਥਾਨ ਦੀ ਸੇਵਾ ਸੰਭਾਲ ਕਰਨੀ ਹੈ। ਤੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜੀ ਮੈਨੂੰ ਸੇਵਾ ਪ੍ਰਵਾਨ ਹੈ, ਲੇਕਿਨ ਮੈਂ ਇਕੱਲਾ ਇੱਥੇ ਜਿਸ ਵੇਲੇ ਤੁਹਾਡੀ ਯਾਦ ਆਏਗੀ, ਮੈਨੂੰ ਤੇ ਤੁਹਾਡੇ ਦਰਸ਼ਨਾਂ ਦੀ ਇੰਨੀ ਤੜਪ ਹੈ, ਆਦਤ ਹੈ, ਤੇ ਮੈਂ ਇਕੱਲਾ ਕੀ ਕਰਾਂਗਾ। ਤੇ ਉਸ ਵੇਲੇ ਦਸਮ ਪਿਤਾ ਨੇ ਉਹਨਾਂ ਨੂੰ ਕਿਹਾ ਤੁਸੀਂ ਇਕੱਲੇ ਨਹੀਂ ਹੋ, ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਜੇ ਕਿੰਨੀ ਸੈਨਾ ਆ ਜਾਏ, ਤੁਸੀਂ ਇਕੱਲੇ ਨਹੀਂ ਹੋ। ਜਿਸ ਵੇਲੇ ਤੁਸੀਂ ਨਿਤਨੇਮ ਕਰੋਗੇ, ਪੜੋਗੇ, ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਕਿ ਬੁਰੇ ਸਮੇਂ ਦਾ ਨਾਸ਼ ਕਰਨ ਵਾਲਾ ਹੈ ਉਹ ਦਇਆ ਦਾ ਸਾਗਰ ਹੈ, ਹਮੇਸ਼ਾ ਮੇਰੇ ਅੰਗ ਸੰਗ ਹੈ ਉਹ ਪਰਮਾਤਮਾ। ਤੇ ਤੁਹਾਨੂੰ ਬਿਲਕੁਲ ਵੀ ਇਹ ਨਹੀਂ ਲੱਗੇਗਾ ਕਿ ਮੈਂ ਇਕੱਲਾ, ਤੁਸੀਂ ਇਕੱਲੇ ਹੋਏ ਨਹੀਂ, ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਤੇ ਮੁਗਲ ਫੌਜਾਂ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਨੂੰ ਫਿਰ ਲੁੱਟਿਆ ਵੀ ਇੰਨਾ, ਲੇਕਿਨ ਉਹ ਭਾਈ ਗੁਰਬਖਸ਼ ਸਿੰਘ ਜੀ ਉਸੇ ਜਗ੍ਹਾ ਤੇ ਰਹੇ ਔਰ ਉਹ ਸੇਵਾ ਕਰਦੇ ਰਹੇ, ਔਰ ਸੰਗਤਾਂ ਫਿਰ ਪਿੱਛੋਂ ਵੀ ਆਉਂਦੀਆਂ ਰਹੀਆਂ ਔਰ ਲੰਗਰ ਚੱਲਦੇ ਰਹੇ। ਤੇ ਗੁਰੂ ਸਾਹਿਬ ਇੱਥੇ ਉਹਨਾਂ ਨੂੰ ਅਨੰਦਪੁਰ ਸਾਹਿਬ ਛੱਡ ਕੇ ਗਏ ਸੇਵਾ ਸੰਭਾਲ ਲਈ, ਤੇ ਉਹਨਾਂ ਦੀ ਰਾਖੀ ਕੀਤੀ ਕਿ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਲੇਕਿਨ ਅੱਗੇ ਜਿਸ ਵੇਲੇ ਆਪ ਗਏ ਤੇ ਫਿਰ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ।
जिस वेले थोड़ी दूर 20 को ते कहंदे ने परिवार विच छोड़ा गुरुद्वारा, जिस वेले आनंदपुर दा किला छड्ड के गए ते मुगल फौजां ਜਿਹੜੀਆਂ ਸੀ ਉਹਨਾਂ ਨੇ ਪਿੱਛੋਂ ਦੀ ਅੱਗੋਂ ਦੀ ਹਮਲਾ ਬੋਲ ਦਿੱਤਾ ਤੇ ਸਰਸਾ ਨਦੀ ਜਿਹੜੀ ਸੀ ਪਾਰ ਕਰਨੀ ਸੀ, ਉਧਰੋਂ ਬਾਰਿਸ਼ ਹੋ ਰਹੀ ਹੈ, ਉਧਰੋਂ ਸਰਸਾ ਨਦੀ ਦਾ ਪਾਣੀ ਚੜਿਆ ਹੋਇਆ ਤੇ ਗੁਰੂ ਸਾਹਿਬ ਦਾ ਪਰਿਵਾਰ ਹੈ ਗੁਰੂ ਸਾਹਿਬ ਦੇ ਨਾਲ, ਸਿੱਖ ਸੰਗਤਾਂ ਨੇ ਨਾਲ, ਸਿੰਘ ਨੇ ਨਾਲ ਤੇ ਯੁੱਧ ਕਰਦੇ ਕਰਦੇ ਆ ਰਹੇ ਨੇ ਤੇ ਫਿਰ ਪਤਾ ਚੱਲਿਆ ਕਿ ਪਿੱਛੋਂ ਮੁਗਲ ਸੈਨਾ ਨੇ ਹਮਲਾ ਕਰ ਦਿੱਤਾ ਤੇ ਗੁਰੂ ਸਾਹਿਬ ਨੇ ਕਿਲੇ ਤੋਂ ਨਿਕਲਣ ਤੋਂ ਪਹਿਲੇ ਹੀ ਕਹਿਤਾ ਕਿ ਜੋ ਵੀ ਨੁਕਸਾਨ ਹੋਏਗਾ, ਅਸੀਂ ਕਿਲਾ ਛੱਡ ਰਹੇ ਹਾਂ ਮਾਤਾ ਜੀ ਦੇ ਕਹਿਣ ਤੇ, ਸਿੰਘਾਂ ਦੇ ਕਹਿਣ ਤੇ, ਲੇਕਿਨ ਜੋ ਵੀ ਨੁਕਸਾਨ ਹੋਏਗਾ ਉਹਦੀ ਜ਼ਿੰਮੇਵਾਰੀ ਸਾਡੀ ਨਹੀਂ ਹੈ ਕਿਉਂਕਿ ਤੁਸੀਂ ਸਾਨੂੰ ਮਜਬੂਰ ਕਰ ਰਹੇ ਹੋ ਕਿਲਾ ਛੱਡਣ ਲਈ। ਤੇ ਉਹ ਫਿਰ ਜਿਸ ਵੇਲੇ ਪਿੱਛੋਂ ਹਮਲਾ ਹੋ ਗਿਆ ਔਰ ਹਨੇਰੀ ਰਾਤ ਬਾਰਿਸ਼, ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਤੇ ਕੋਈ ਕਿੱਧਰ ਨਿਕਲ ਗਿਆ, ਕੋਈ ਕਿੱਧਰ ਨਿਕਲ ਗਿਆ ਤੇ ਉਹ ਸਰਸਾ ਦੇ ਕੰਢੇ ਗੁਰੂ ਸਾਹਿਬ ਦਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰੀ ਜੀ ਔਰ ਛੋਟੇ ਸਾਹਿਬਜ਼ਾਦੇ ਅਲੱਗ ਹੋ ਗਏ ਔਰ ਦੋਨੋਂ ਮਾਤਾਵਾਂ, ਮਾਤਾ ਸੁੰਦਰ ਕੌਰ ਜੀ ਔਰ ਮਾਤਾ ਸਾਹਿਬ ਕੌਰ ਜੀ, ਉਹ ਕੁਝ ਸਿੰਘਾਂ ਨਾਲ ਦਿੱਲੀ ਦੀ ਤਰਫ ਚਲੇ ਗਏ। ਪਤਾ ਹੀ ਨਹੀਂ ਚੱਲਿਆ ਕਿਸੇ ਨੂੰ ਕੌਣ ਕਿੱਧਰ ਚਲਾ ਗਿਆ ਤੇ ਦੋ ਸਾਹਿਬਜ਼ਾਦੇ ਔਰ ਕੁਝ ਸਿੰਘ ਜਿਹੜੇ ਸੀ ਉਹ ਗੁਰੂ ਸਾਹਿਬ ਨਾਲ ਸਰਸਾ ਪਾਰ ਕਰ ਗਏ। ਸਰਸਾ ਪਾਰ ਕਰਨ ਤੋਂ ਪਹਿਲੇ ਅੰਮ੍ਰਿਤ ਵੇਲੇ ਦਾ ਸਮੇਂ ਹੋਇਆ, ਜਿਹੜੀ ਗੱਲ ਇੱਥੇ ਕਰਨੀ ਬਹੁਤ ਜ਼ਰੂਰੀ ਹੈ। ਤੇ ਗੁਰੂ ਸਾਹਿਬ ਨੇ ਕਿਹਾ 500 ਸਿੰਘ ਨਾਲ ਨੇ ਤੇ ਗੁਰੂ ਸਾਹਿਬ ਨੇ ਕਿਹਾ ਕਿ ਦੀਵਾਨ ਸਜਾਓ, ਨਿਤਨੇਮ ਦਾ ਸਮੇਂ ਹੋ ਗਿਆ, ਆਸਾ ਦੀ ਵਾਰ ਦਾ ਸਮੇਂ ਹੋ ਗਿਆ। ਤੇ ਭਾਈ ਦਇਆ ਸਿੰਘ ਜੀ ਨੇ ਕਿਹਾ ਗੁਰੂ ਸਾਹਿਬ ਨੂੰ ਕਿ ਸਰਸਾ ਨਦੀ ਪਾਰ ਕਰ ਲਈਏ ਫਿਰ ਕਰ ਲਾਂਗੇ ਨਿਤਨੇਮ। ਉਹਨਾਂ ਨੇ ਕਿਹਾ ਨਹੀਂ, ਫਿਰ ਸੂਰਜ ਚੜ ਜਾਏਗਾ, ਨਿਤਨੇਮ ਦਾ ਹੁਣ ਸਮੇਂ ਵੇ, ਅੰਮ੍ਰਿਤ ਵੇਲੇ ਦਾ ਹੁਣ ਸਮੇਂ ਵੇ ਤੇ ਅਸੀਂ ਅੰਮ੍ਰਿਤ ਵੇਲਾ ਸੰਭਾਲ ਕੇ ਤਾਂ ਅੱਗੇ ਵਧਣਾ। ਤੇ ਉਹਨਾਂ ਨੇ ਕਿਹਾ ਪਿੱਛੇ ਬਾਬਾ ਅਜੀਤ ਸਿੰਘ ਜੀ ਔਰ ਸਿੰਘ ਜਿਹੜੇ ਨੇ ਉਹ ਪਿੱਛੇ ਸੈਨਾ ਨੂੰ ਰੋਕਣ, ਯੁੱਧ ਕਰਨ ਤੇ ਇੱਥੇ ਅਸੀਂ ਨਿਤਨੇਮ ਕਰਾਂਗੇ, ਪਰਮਾਤਮਾ ਨੂੰ ਯਾਦ ਕਰਾਂਗੇ, ਪਰਮਾਤਮਾ ਦਾ ਸ਼ੁਕਰ ਕਰਾਂਗੇ, ਫਿਰ ਅੱਗੇ ਵਧਾਂਗੇ। ਤੇ ਅਸੀਂ ਛੋਟੀ ਛੋਟੀ ਸਾਨੂੰ ਤਕਲੀਫ ਹੁੰਦੀ ਹੈ ਤੇ ਅਸੀਂ ਘਬਰਾ ਜਾਂਦੇ ਹਾਂ। ਕਿੱਥੇ ਯੁੱਧ ਦਾ ਮੈਦਾਨ ਛਿੜਿਆ ਹੋਇਆ, ਯੁੱਧ ਹੋ ਰਿਹਾ ਚਾਰੋਂ ਪਾਸੇ ਤੇ ਦਸਮ ਪਿਤਾ ਕਹਿ ਰਹੇ ਨੇ ਪਹਿਲੇ ਮੈਂ ਸ਼ੁਕਰਾਨਾ ਕਰਾਂਗਾ ਪਰਮਾਤਮਾ ਦਾ, ਉਹਨੂੰ ਯਾਦ ਕਰਾਂਗੇ, ਫਿਰ ਅਸੀਂ ਅੱਗੇ ਚੱਲਾਂਗੇ। ਤੇ ਕਿੰਨਾ ਪੱਕਾ ਨਿਤਨੇਮ ਹੋਣਾ ਚਾਹੀਦਾ ਹੈ, ਰੋਜ਼ ਜਿਹੜਾ ਸਾਨੂੰ ਕਿਹਾ ਗਿਆ ਕਰਨ ਲਈ ਉਹ ਕਿੰਨਾ ਉਹਦੇ ਸਾਨੂੰ ਪੱਕਾ ਹੋਣਾ ਚਾਹੀਦਾ। ਸਾਨੂੰ ਜਰਾ ਜਿਹਾ ਕੋਈ ਸੁੱਖ ਦੁੱਖ ਆਂਦਾ ਤੇ ਅਸੀਂ ਸਭ ਤੋਂ ਪਹਿਲੇ ਛੱਡ ਕੇ ਬੈਠ ਜਾਂਦੇ ਹਾਂ। ਔਰ ਇਹ ਕਾਫੀ ਕਵਿਤਾਵਾਂ ਨੇ ਔਰ ਕਾਫੀ ਕੇ ਦਸਮ ਪਿਤਾ ਨੇ ਆਪ ਫਿਰ ਉੱਥੇ ਨਿਤਨੇਮ ਕੀਤਾ ਸਰਸਾ ਦੇ ਕੰਢੇ ਤੇ ਔਰ ਆਸਾ ਦੀ ਵਾਰ ਦਾ ਗਾਇਨ ਕੀਤਾ ਔਰ ਆਸਾ ਦੀ ਵਾਰ ਦੀ ਸਮਾਪਤੀ ਹੋਈ ਤੇ ਭਾਈ ਦਇਆ ਸਿੰਘ ਜੀ ਨੇ ਕਿਹਾ ਕਿ 250 ਸਿੰਘ ਸ਼ਹੀਦ ਹੋ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਕਿ ਅਗਰ ਇਹਦੇ ਸਾਡੀ ਵੀ ਸ਼ਹਾਦਤ ਹੋ ਜਾਂਦੀ ਤਾਂ ਵੀ ਕੋਈ ਗੱਲ ਨਹੀਂ ਸੀ, ਨਿਤਨੇਮ ਕਰਨਾ ਇੰਨਾ ਜ਼ਰੂਰੀ ਹੈ ਸਿੱਖ ਧਰਮ ਵਿੱਚ। ਤੇ ਗੁਰੂ ਸਾਹਿਬ ਨੇ ਉਹ ਸ਼ੁਕਰਾਨਾ, ਉਹ ਚਾਰੋਂ ਤਰਫ ਯੁੱਧ ਹੋ ਰਿਹਾ, ਮਾਰ ਕਾਟ ਹੋ ਰਹੀ ਹੈ ਤੇ ਉੱਥੇ ਬੈਠ ਕੇ ਵੀ ਗੁਰੂ ਸਾਹਿਬ ਪਰਮਾਤਮਾ ਦਾ ਸ਼ੁਕਰਾਨਾ ਕਰ ਰਹੇ ਨੇ ਕਿ ਤੇਰਾ ਸ਼ੁਕਰ ਹੈ ਕਿ ਅਸੀਂ ਸਾਨੂੰ ਸਿੱਖਿਆ ਦਿੱਤੀ ਔਰ ਅਸੀਂ ਕਿਹੜੇ ਪਾਸੇ ਚੱਲ ਰਹੇ ਹਾਂ। ਔਰ ਗੁਰੂਆਂ ਨੇ ਜਿਹੜੀ ਗੁਰੂ ਸਾਹਿਬਾਂ ਨੇ ਬਾਣੀ ਉਚਾਰੀ ਹੈ ਉਹ ਆਤਮਾ ਨੂੰ ਉੱਚਾ ਉਠਾਉਣ ਲਈ, ਆਤਮਿਕ ਜੀਵਨ ਨੂੰ ਉੱਚਾ ਉਠਾਉਣ ਲਈ ਬਾਣੀ ਉਚਾਰੀ ਹੈ। ਔਰ ਅੱਜ ਅਸੀਂ ਕੀ ਕਰ ਰਹੇ ਹਾਂ, ਅਸੀਂ ਇੱਧਰ ਉੱਧਰ ਭੱਜ ਰਹੇ ਹਾਂ, ਅਸੀਂ ਪੁੱਛ ਰਹੇ ਹਾਂ ਕਿ ਇਹ ਦੁੱਖ ਦੂਰ ਕਰਨ ਲਈ ਕੀ ਸ਼ਬਦ ਹੈ, ਕਿੰਨਾ ਪਾਠ ਕਰੀਏ ਤੇ ਸਾਡਾ ਇਹ ਦੁੱਖ ਦੂਰ ਹੋ ਜਾਏਗਾ। ਤੇ ਇਹ ਤੇ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਹੀ ਨਹੀਂ ਦਿੱਤੀ ਹੈ ਕਿ ਤੂੰ ਦੁੱਖਾਂ ਤੋਂ ਡਰ ਜਾ, ਤੂੰ ਦੁੱਖਾਂ ਤੋਂ ਘਬਰਾ ਜਾ ਤੇ ਦੁੱਖਾਂ ਤੋਂ ਛੁਟਕਾਰਾ ਪਾਉਣ ਦਾ ਤੂੰ ਰਸਤਾ ਢੂੰਡਦਾ ਰਹਿ ਤੇ ਕਦੀ ਕਿਸੇ ਦਰਵਾਜ਼ੇ ਤੇ ਜਾ, ਕਦੀ ਕਿਸੇ ਦਰਵਾਜ਼ੇ ਤੇ ਜਾ। ਨਹੀਂ, ਉਹਨਾਂ ਨੇ ਕਿਹਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ 'ਚ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਕਿਧਰੇ ਵੀ ਇਹ ਨਹੀਂ ਕਿਹਾ ਗਿਆ ਕਿ ਤੇਰੇ ਦੁੱਖ ਆਏਗਾ ਹੀ ਨਹੀਂ, ਇਹ ਕਿਧਰੇ ਵੀ ਨਹੀਂ ਕਿਹਾ ਗਿਆ। ਉਹਨਾਂ ਨੇ ਕਿਹਾ ਦੁੱਖ ਆਏਗਾ ਲੇਕਿਨ ਤੈਨੂੰ ਆਤਮਾ ਨੂੰ ਦੁੱਖ ਨਹੀਂ ਲੱਗੇਗਾ, ਤੇਰੇ ਸਰੀਰ ਨੂੰ ਕਸ਼ਟ ਹੋਏਗਾ ਲੇਕਿਨ ਤੈਨੂੰ ਉਹ ਦੁੱਖ ਜਿਹਾ ਨਹੀਂ ਲੱਗੇਗਾ, ਤੈਨੂੰ ਸੁੱਖ ਜਿਹਾ ਨਹੀਂ ਲੱਗੇਗਾ, ਤੇਰੀ ਆਤਮਾ ਦੁੱਖ ਸੁੱਖ ਦੋਨਾਂ ਤੋਂ ਉੱਤੇ ਰਹੇਗੀ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਯਾਨੀ ਕਿ ਦੁੱਖ ਨਹੀਂ ਆਏਗਾ, ਦੁੱਖ ਹੈ ਲੇਕਿਨ ਤੈਨੂੰ ਦੁੱਖ ਨਹੀਂ ਮਹਿਸੂਸ ਹੋਏਗਾ। ਸੁੱਖ ਸਨੇ, ਸੁੱਖ ਨਾਲ ਤੇਰਾ ਪਿਆਰ ਨਹੀਂ ਹੁੰਦਾ। ਦਸਮ ਪਿਤਾ ਨੇ ਕਿੱਥੇ ਐਨੇ ਸ਼ਾਨੋ ਸ਼ੌਕਤ ਦਾ ਜਿਹੜਾ ਜ਼ਿੰਦਗੀ ਆਪਣੀ ਅਨੰਦਪੁਰ ਸਾਹਿਬ ਬਿਤਾਈ, ਮਖਮਲੀ ਗੱਦਿਆਂ ਤੇ ਸੁੱਤੇ, ਚੰਦਨ ਦੀ ਚੌਕੀ ਤੇ ਆਪਣੇ ਚਰਨ ਟਿਕਾਉਂਦੇ ਸੀ, ਲੇਕਿਨ ਉਹਨਾਂ ਚੀਜ਼ਾਂ ਨਾਲ ਪਿਆਰ ਨਹੀਂ ਸੀ, ਸਨੇਹ ਨਹੀਂ ਸੀ, ਸੁੱਖ ਸਨੇਹ ਔਰ ਭੈ ਨਹੀਂ ਚਾਹਗੇ, ਕੋਈ ਡਰ ਨਹੀਂ ਹੈ ਕਿਸੇ ਚੀਜ਼ ਦਾ ਵੀ। ਕੰਚਨ ਮਾਟੀ ਮਾਨੇ, ਸੋਨਾ ਔਰ ਮਿੱਟੀ ਉਹਦੇ ਵਾਸਤੇ ਇੱਕ ਬਰਾਬਰ ਹੈ। ਕਿੱਥੇ ਉਹਨਾਂ ਨੇ ਆਪਣੀ ਹੱਥੀ ਅਨੰਦਪੁਰ ਨਗਰ ਵਸਾਇਆ, ਐਸੇ ਐਸੇ ਕਿਲੇ ਬਣਾਏ, ਇੰਨਾ ਸਭ ਕੁਝ ਕੀਤਾ ਲੇਕਿਨ ਛੱਡਣ ਲੱਗਿਆ ਪਲ ਵੀ ਨਹੀਂ ਲਗਾਇਆ, ਛੱਡ ਕੇ ਚਲੇ ਗਏ।
ਕੋਈ ਮੋਹ ਨਹੀਂ ਉਹਨਾਂ ਦਾ ਕਿਸੇ, ਇੱਕ ਕਿਲਾ ਉਹਨਾਂ ਨੇ ਨਿਰਮੋਹਗੜ ਵੀ ਬਣਾਇਆ, ਕੋਈ ਮੋਹ ਨਹੀਂ ਹੈ ਕਿਸੇ ਚੀਜ਼ ਨਾਲ। ਤੇ ਇਹ ਤੇ ਕਿਧਰੇ ਕਿਸੇ ਨੇ, ਗੁਰੂ ਨੇ ਸਾਨੂੰ ਇਹ ਕਿਹਾ ਹੀ ਨਹੀਂ ਕਿ ਦੁੱਖ ਆਏਗਾ ਹੀ ਨਹੀਂ। ਦੁੱਖ ਆਏਗਾ, ਲੇਕਿਨ ਤੂੰ ਆਤਮਿਕ ਬਲ ਨੂੰ ਇੰਨਾ ਵਧਾ ਲੈ ਕਿ ਦੁੱਖ ਦੁੱਖ ਜਿਹਾ ਨਾ ਲੱਗੇ। ਤੇ ਅਸੀਂ ਅੱਜ ਜਰਾ ਜਿਹਾ ਕੁਝ ਹੁੰਦਾ ਤਾਂ ਅਸੀਂ ਕਹਿੰਦੇ ਇਹ ਕਿਉਂ ਹੋ ਗਿਆ, ਇਹ ਕਿਸ ਤਰ੍ਹਾਂ ਦੂਰ ਹੋ ਜਾਏਗਾ। ਅਸੀਂ ਅਗਰ ਧਿਆਨ ਵੀ ਕਰਨੇ ਆ, ਅਸੀਂ ਇਸ ਵਾਸਤੇ ਕਰਨੇ ਸਾਡਾ ਦੁੱਖ ਦੂਰ ਹੋ ਜਾਏ। ਅਸੀਂ ਇਸ ਵਾਸਤੇ ਧਿਆਨ ਨਹੀਂ ਕਰਦੇ ਕਿ ਸਾਨੂੰ ਆਤਮਿਕ ਬਲ ਮਿਲੇ, ਅਸੀਂ ਇਹਦਾ ਮੁਕਾਬਲਾ ਕਰ ਸਕੀਏ, ਇਸ ਚੋਂ ਬਾਹਰ ਆ ਸਕੀਏ। ਅਸੀਂ ਅੱਜ ਧਿਆਨ ਵੀ ਇਸ ਲਈ ਕਰਨੇ ਆ ਕਿ ਸਾਨੂੰ ਪੈਸਾ ਆ ਜਾਏ, ਨੌਕਰੀ ਮਿਲ ਜਾਏ, ਸਾਡਾ ਦੁੱਖ ਦੂਰ ਹੋ ਜਾਏ। ਤੇ ਅਸੀਂ ਤੇ 40 ਉਲਟੇ ਰਸਤੇ ਪਏ। ਤੇ ਲੇਕਿਨ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਦੁੱਖ ਦੁੱਖ ਜਿਹਾ ਤੈਨੂੰ ਲੱਗੇਗਾ ਨਹੀਂ, ਔਰ ਤੈਨੂੰ ਦੁੱਖ ਵਿੱਚ ਵੀ ਪਰਮਾਤਮਾ ਯਾਦ ਰਹੇਗਾ। ਅਗਰ ਤੂੰ ਆਪਣਾ ਨਿਤਨੇਮ ਪੱਕਾ ਕਰੇਗਾ, ਦੁੱਖ ਵਿੱਚ ਵੀ ਤੂੰ ਪਰਮਾਤਮਾ ਦਾ ਸ਼ੁਕਰਾਨਾ ਕਰ ਪਾਏਗਾ ਕਿ ਤੇਰਾ ਸ਼ੁਕਰ ਹੈ, ਕਿਉਂਕਿ ਦੁੱਖ ਵਿੱਚ ਪਰਮਾਤਮਾ ਦੇ ਨੇੜੇ ਹੋ ਜਾਂਦਾ ਬੰਦਾ। ਔਰ ਬਾਣੀ ਚ ਵੀ ਕਿਹਾ ਗਿਆ ਦੁੱਖ ਨਾ ਹੀ ਸਭ ਸੁਖ ਹੀ ਹੈ ਰੇ, कह रहे दुख कोई है ही नहीं, हर चीज सुख ही है, दुख है ही नहीं। एके एक ही नेते, सब पासे तो एक परमात्मा ही है, चारों पासे परमात्मा, तो फिर दुख किथे वे। बुरा नहीं सब भला ही है रे, कुछ बुरा हो ही नहीं रहा, सब कुछ अच्छा ही हो रहा है। हार नहीं सब जेते, हार है ही नहीं। जीती जीते अध्यात्मिक आत्मा दे रस्ते ते हार दा नाम ही नहीं, हार है ही नहीं आत्मा दे रस्ते ते। आत्मा आत्मिक बल नाल हमेशा जित विच ही है। हुण इन्ने युद्ध होए, सब कुछ होया, साहबजादे शहीद हो गए, सब कुछ होने तो बाद, माता जी की शहादत तो बाद दसम पिता ने जेड़ा औरंगजेब ਨੂੰ ਜਫਰਨਾਮਾ ਲਿਖਿਆ, ਜਫਰਨਾਮੇ ਦੇ ਆਖਰੀ ਅਰਥ ਵੀ ਨੇ ਵਿਜੇ ਪੱਤਰ, ਕਿ ਸਭ ਕੁਝ ਕਰਕੇ ਵੀ ਤੂੰ ਹਾਰ ਗਿਆ और मेरा सब कुछ चला गया, फिर भी मैं जीत गया, क्योंकि तू चुका नहीं सकिया। और दसम पिता ने ऐसी चमत्कारी सोच ਦਿੱਤੀ। ਅੱਜ ਅਸੀਂ ਮਿਰੈਕਲਸ ਥਿੰਕਿੰਗ ਦੀ ਗੱਲ ਕਰਨੇ ਆ, ਪਾਵਰ ਆਫ ਵਰਡਸ ਦੀ ਗੱਲ ਕਰਨੇ ਆ। ਤੁਸੀਂ ਅਗਰ ਇਹ ਸਾਰੀਆਂ ਚੀਜ਼ਾਂ ਦੇਖੋਗੇ, ਇਹ ਸਭ ਚੀਜ਼ਾਂ ਤੇ ਸਾਨੂੰ ਦਸਮ ਪਿਤਾ ਨੇ ਸਿਖਾਈਆਂ ਨੇ, ਅਸੀਂ ਭੁੱਲ ਗਏ। ਅਸੀਂ ਆਪਣੀ ਸੋਚ ਨੂੰ ਬਹੁਤ ਨੀਵਾ ਕਰ ਲਿਆ, ਅਸੀਂ ਆਪਣੇ ਸ਼ਬਦਾਂ ਨੂੰ ਬਹੁਤ ਨੀਵਾ ਕਰ ਲਿਆ, ਛੋਟੇ ਛੋਟੇ ਦੁੱਖਾਂ ਤੋਂ ਅਸੀਂ ਘਬਰਾਣਾ ਸ਼ੁਰੂ ਕਰਤਾ, ਕਿਉਂਕਿ ਅਸੀਂ ਨਿਤਨੇਮ ਛੱਡ ਦਿੱਤਾ, ਧਿਆਨ ਛੱਡ ਦਿੱਤਾ। ਅਸੀਂ ਆਤਮਾ ਦੀ ਤਰੱਕੀ ਕਰਨੀ ਛੱਡ ਦਿੱਤੀ, ਅਸੀਂ ਸੰਸਾਰੀ ਸੁੱਖਾਂ ਵਿੱਚ ਲੱਗ ਗਏ, ਅਸੀਂ ਸੰਸਾਰੀ ਸੁੱਖਾਂ ਦੇ ਪਿੱਛੇ ਭੱਜ ਗਏ, ਪਰਮਾਤਮਾ ਦਾ ਰਸਤਾ ਛੱਡ ਦਿੱਤਾ। ਅੱਜ ਐਸੇ ਕਰਕੇ ਤੁਸੀਂ ਦੇਖੋ ਚਾਰੇ ਪਾਸੇ ਦੁੱਖ ਹੀ ਦੁੱਖ ਨੇ। ਅਸੀਂ ਸੁਖ ਆਰਾਮ ਵਿੱਚ ਐਸੀ ਜ਼ਿੰਦਗੀ ਜੀ ਰਹੇ ਹਾਂ, ਅਸੀਂ ਭੁੱਲ ਹੀ ਗਏ ਕਿ ਸਾਨੂੰ ਗੁਰੂਆਂ ਨੇ ਸਿਖਾਇਆ ਕੀ ਹੈ ਔਰ ਅਸੀਂ ਜ਼ਿੰਦਗੀ ਜੀਣੀ ਕਿਸ ਤਰ੍ਹਾਂ ਹੈ। ਇੱਕ ਯੋਗੀ ਅੱਲਾ ਯਾਰ ਖਾਨ ਹੋਏ ਨੇ, ਜਿਨ੍ਹਾਂ ਨੇ ਪੂਰਾ, ਜਿਸ ਤਰ੍ਹਾਂ ਅੱਜ ਅਸੀਂ ਟਾਈਮ ਟਰੈਵਲ ਦੀ ਗੱਲ ਕਰਨੇ ਆ, ਉਹ ਕਿੰਨੇ 100 ਤਕਰੀਬਨ ਸਾਲਾਂ ਬਾਅਦ ਹੋਏ ਦਸਮ ਪਿਤਾ ਦੇ, ਲੇਕਿਨ ਉਹਨਾਂ ਦੀ ਨਜ਼ਰ ਐਸੀ ਖੁੱਲੀ ਕਿ ਉਹਨਾਂ ਨੇ ਟਾਈਮ ਟਰੈਵਲ ਕਰਕੇ ਉਹ ਇੱਕ ਪਲ ਜਿਹੜਾ ਹੈ ਉਹਨੂੰ ਆਪਣੀਆਂ ਕਵਿਤਾ ਵਿੱਚ ਉਤਾਰਿਆ, ਜਿਹਨੂੰ ਅੱਜ ਕੀ ਪ੍ਰਮਾਣਿਕ ਮੰਨਿਆ ਜਾਂਦਾ ਹੈ। ਔਰ ਗੁਰੂ ਘਰ ਜਿਹੜੇ ਨੇ, ਜਿੱਥੇ ਜਿੱਥੇ ਇਹ ਸਮਾਗਮ ਚੱਲਦੇ ਨੇ, ਉੱਥੇ ਉਹਨਾਂ ਕਵਿਤਾਵਾਂ ਨੂੰ, ਉਹਨਾਂ ਦਾ ਰੈਫਰੈਂਸ ਲਿਆ ਜਾਂਦਾ ਹੈ ਕਿ ਇੱਕ ਪਲ ਦਾ ਉਹਨਾਂ ਨੇ ਚਿੱਤਰਣ ਕੀਤਾ ਆਪਣੀਆਂ ਕਵਿਤਾਵਾਂ ਵਿੱਚ, ਟਾਈਮ ਟਰੈਵਲ ਕਰਕੇ ਦੇਖਿਆ ਕਿ ਉਸ ਸਮੇਂ ਕਿਸ ਤਰ੍ਹਾਂ ਹੋਇਆ। ਤੇ ਉਹਨਾਂ ਦੀ ਇਹ ਕੁਝ ਸ਼ਬਦ ਨੇ कि जिस वेले जब 1.5 घड़ी रात गुजरी जिक्रे खुदा में, गुरु साहब सरसा पार करके चमकौर पहुंच गए और चमकौर पहुंच के परमात्मा दा शुक्र मना रहे ने फिर भी। ते फिर खेमे चो बाहर निकल के आए, कदमों से टहलते हैं मगर दिल है दुआ में, कहते हैं खुदावंद हूँ खुश तेरी रजा में, करतार से कहते हैं गोया रूबरू होकर, कल जाऊंगा चमकौर से सुरखरू होकर। कह रहे ने परमात्मा नू तेरा शुक्र है, कल मेरा कर्जा उतर जाएगा, मैं इथों सुरखरू होके जावांगा। ते कहंदे ने जिस वेले साहिबजादियां दी शहीदी होई, छोटा जिस वेले लाल भी शहीदी पा गया, जो बाबा जुझार सिंह जी भी हस के शहीदी पा गया, जद लाल छुटेरा अखा सामे आ गया, जद हो गया जद बेरा बेरा, मतलब टुकड़े टुकड़े हो गया, उंगली ला के लै गया ओनू वीर वडेरा, वड्डे वीर दी शहादत होई, वो छोटे नू नाल लैके चला गया। हथ बन बोले सतगुरु वाह भाना तेरा। ਅੱਜ ਮਾਤਾ ਪਿਤਾ ਦੇ ਸਾਹਮਣੇ ਬੱਚੇ ਦੀ ਮੌਤ ਹੋ ਜਾਏ ਨਾ, ਕੁਦਰਤੀ ਵੀ, ਤੇ ਉਹਨਾਂ ਕੋਲੋਂ ਸਹਿਨ ਨਹੀਂ ਹੁੰਦੀ। ਤੇ ਦਸਮ ਪਿਤਾ ਦੇ ਸਾਹਮਣੇ ਦੋਨੋਂ ਸਾਹਿਬਜ਼ਾਦੇ युद्ध करते करते टुकड़े टुकड़े हो गए। ते गुरु साहब हाथ जोड़ के कह रहे ने, हाथ बन बोले सतगुरु वा भाना तेरा, तेरा तुझको सौंपते क्या लागे मेरा, मैं उजड़ा पंथ वसे मन चाओ कनेरा।
ਕਿ ਸਾਰੇ ਦੁੱਖ ਮੇਰੀ ਝੋਲੀ 'ਚ ਪੈ ਜਾਣ, ਲੇਕਿਨ ਮੇਰਾ ਪੰਥ ਸੁਖੀ ਰਹੇ। ਮੈਨੂੰ ਬਹੁਤ ਇਸ ਗੱਲ ਦਾ ਚਾਅ ਵੇ। ਵਾਹ ਵਾਹ ਗੋਬਿੰਦ ਸਿੰਘ ਧੰਨ ਤੇਰਾ ਜੇਰਾ। ਐਸਾ ਗੁਰੂ, ਐਸਾ ਮੁਰਸ਼ਦ ਨਾ ਹੋਇਆ ਨਾ ਹੋਏਗਾ ਦਸਮ ਪਿਤਾ ਜੈਸਾ। ਦਸਮ ਪਿਤਾ ਨੇ ਕਿਹਾ, ਕਰਸਾ ਸੁਰਾਹੀ ਸੂਲਬੀ ਖੰਜਰ ਪਿਆਲੇ ਪੀਆਂਗਾ, ਮੇਰੇ ਪੰਥ ਨੂੰ ਸੁਖ ਮਿਲੇ, ਮੈਂ ਦੁੱਖਾਂ ਦੇ ਜੀੜੇ ਜੀਆਂਗਾ। ਕਿ ਸੁੱਖ ਸਾਰੇ ਸਾਡੀ ਝੋਲੀ 'ਚ ਪਾਤੇ, ਔਰ ਸਾਡੇ ਰਸਤੇ ਦੇ ਸਾਰੇ ਦੁੱਖ ਜਿਹੜੇ ਨੇ, ਸਾਰੇ ਕੰਡੇ ਜਿਹੜੇ ਨੇ, ਉਹਨਾਂ ਨੇ ਆਪ ਸਾਫ਼ ਕੀਤੇ। ਔਰ ਅੱਜ ਸਾਡੀ ਕਿਸਮਤ ਐਸੀ ਹੈ ਕਿ ਅਸੀਂ ਉਹ ਸੁੱਖ ਵੀ ਨਹੀਂ ਭੋਗ ਰਹੇ, ਸਾਨੂੰ ਸੁੱਖ ਵੀ ਭੋਗਣੇ ਨਹੀਂ ਆ ਰਹੇ, ਅਸੀਂ ਸੁੱਖਾਂ ਵਿੱਚ ਵੀ ਦੁਖੀ ਹਾਂ। ਤੇ ਗੁਰੂ ਸਾਹਿਬ ਨੇ ਐਸੀ ਚਮਤਕਾਰੀ ਸੋਚ ਦਿੱਤੀ। ਬੁੱਧੀ ਰਾਮ ਦੀ ਕੱਚੀ ਹਵੇਲੀ, ਉੱਤੋਂ ਬਾਰਿਸ਼ ਹੋ ਰਹੀ ਹੈ, ਉੱਥੇ ਗੁਰੂ ਸਾਹਿਬ ਨੇ ਚਮਕੌਰ ਦੀ ਜੰਗ ਜਿਹੜੀ ਹੋਈ, ਉਹ ਉਸ ਹਵੇਲੀ ਜਿਹਨੂੰ ਅੱਜ ਅਸੀਂ ਚਮਕੌਰ ਸਾਹਿਬ ਕਹਿੰਦੇ ਆ, ਉਹਦਾ ਵੀ ਨਾਂ ਰੋਸ਼ਨ ਹੋ ਗਿਆ। ਤੇ ਜਿਸ ਵੇਲੇ ਮੁਗਲਾਂ ਦੀ 10 ਲੱਖ ਫੌਜ ਨੇ ਉਸ ਹਵੇਲੀ ਨੂੰ ਘੇਰਾ ਪਾਇਆ, ਲੇਕਿਨ ਉਹਨਾਂ ਦੀ ਹਿੰਮਤ ਨਹੀਂ ਪਈ ਕਿ ਅਸੀਂ ਹਮਲਾ ਕਰੀਏ, ਕਿਉਂਕਿ ਉਹ ਡਰਦੇ ਸੀ ਕਿ ਪਤਾ ਨਹੀਂ ਅੰਦਰ ਕੌਣ ਕਿੰਨੇ ਸਿੰਘ ਨੇ ਤੇ ਕੀ ਹੋਏਗਾ। ਉਹ ਚਮਤਕਾਰੀ ਸੋਚ ਸੀ ਗੁਰੂ ਸਾਹਿਬ ਦੀ ਕਿ ਪਰਮਾਤਮਾ ਸਾਡੇ ਨਾਲ ਹੈ, ਸਾਡਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਜਾਣਾ ਤੇ ਸੰਸਾਰ ਤੋਂ ਸਾਰਿਆਂ ਨਹੀਂ ਹੈ, ਲੇਕਿਨ ਸੱਚ ਦਾ ਸਾਥ ਦੇਣਾ। ਤੇ ਕਹਿੰਦੇ ਨੇ ਕਿ ਦਸਮ ਪਿਤਾ ਨੇ ਉਸ ਹਵੇਲੀ ਵਿੱਚ ਜਿਹੜੇ 35 ਸਿੰਘ ਸੀ ਨਾਲ, ਜਿਹੜੇ ਸ਼ਸਤਰ ਲੈ ਕੇ ਉਸ ਹਵੇਲੀ 'ਚ ਗਏ, ਬਹੁਤ ਸ਼ਸਤਰ ਸੀ। ਕਿੱਥੇ ਆਨੰਦਪੁਰ ਤੋਂ ਚਲਦੇ ਚਲਦੇ ਚਮਕੌਰ ਸਾਹਿਬ ਤੱਕ ਪਹੁੰਚੇ, ਸ਼ਸਤਰ ਚਲਾਉਂਦੇ ਰਹੇ, ਯੁੱਧ ਹੁੰਦਾ ਰਿਹਾ, ਫਿਰ ਵੀ ਅਜੇ ਬਹੁਤ ਸ਼ਸਤਰ ਨੇ। ਔਰ ਉੱਥੇ ਬਾਬਾ ਬਚਿੱਤਰ ਸਿੰਘ ਜੀ ਜਿਹੜੇ ਸੀ, ਜਿਨ੍ਹਾਂ ਨੇ ਹਾਥੀ ਨਾਲ ਮੁਕਾਬਲਾ ਕੀਤਾ, ਉਹ ਇੰਨੇ ਜ਼ਿਆਦਾ ਜ਼ਖਮੀ ਹੋ ਗਏ ਹਵੇਲੀ 'ਚ ਪਹੁੰਚਣ ਤੋਂ ਪਹਿਲੇ। ਤੇ ਗੁਰੂ ਸਾਹਿਬ ਉੱਥੇ ਇੱਕ ਸਿੱਖ ਜਿਹੜਾ ਪਠਾਨ ਮੁਸਲਮਾਨ ਸੀ, ਉਹਦੇ ਘਰ ਉਹਨੂੰ ਛੱਡਿਆ, ਔਰ ਉਹਨੂੰ ਉੱਥੇ ਰੁਕੇ, ਔਰ ਉਹਨੂੰ ਕਿਹਾ ਕਿ ਇਹਦੀ ਸੇਵਾ ਕਰਨਾ, ਔਰ ਅਸੀਂ ਅੱਗੇ ਜਾ ਰਹੇ ਹਾਂ। ਤੇ ਉੱਥੇ ਉਹਨੂੰ ਛੱਡ ਕੇ ਬਾਬਾ ਭਾਈ ਉਦੈ ਸਿੰਘ ਜੀ ਨੂੰ ਚਲੇ ਗਏ, ਬਾਬਾ ਬਚਿੱਤਰ ਸਿੰਘ ਜੀ ਨੂੰ, ਸੌਰੀ, ਕਿ ਇੱਥੇ ਹੁਣ ਇਹਨਾਂ ਦਾ ਸਮੇਂ ਆ ਗਿਆ ਸਰੀਰ ਛੱਡਣ ਦਾ, ਤੇ ਇਸ ਵਾਸਤੇ ਇਹਨਾਂ ਨੂੰ ਅਸੀਂ ਨਾਲ ਨਹੀਂ ਲੈ ਕੇ ਜਾ ਸਕਦੇ। ਤੇ ਉਹਨਾਂ ਨੂੰ ਅਸੀਸ ਦੇ ਕੇ ਉੱਥੋਂ ਚਲੇ ਗਏ। ਤੇ ਚਮਕੌਰ ਦੀ ਗੜੀ ਵਿੱਚ ਜਿਸ ਵੇਲੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਆ ਕੇ ਕਿਹਾ ਕਿ ਮੈਂ ਵੀ ਜਾਣਾ ਮੈਦਾਨ ਦੇ ਜੰਗ ਵਿੱਚ, ਮੈਂ ਵੀ ਯੁੱਧ ਕਰਨਾ, ਮੈਨੂੰ ਵੀ ਤਿਆਰ ਕਰਕੇ ਭੇਜੋ। ਤੇ ਦਸਮ ਪਿਤਾ ਨੇ ਉਸ ਵੇਲੇ ਕਿਹਾ ਕਿ ਅਸੀਂ ਅਗਰ ਬੁਲਾਉਂਦੇ ਤੁਹਾਨੂੰ ਯੁੱਧ ਵਾਸਤੇ, ਤੇ ਲੋਕ ਸਾਨੂੰ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ, ਛੋਟੇ ਬੱਚਿਆਂ ਨੂੰ ਯੁੱਧ ਵਿੱਚ ਭੇਜ ਰਹੇ ਹਾਂ, ਤੁਸੀਂ ਆਪ ਉੱਠ ਕੇ ਆਇਓ। ਬਹੁਤ ਅੱਛਾ ਕੀਤਾ। ਤੇ ਜਦੋਂ ਜਦੋਂ ਕੌਮ ਤੇ ਪੀੜਾ ਬਣੇਗੀ, ਜਵਾਨ ਖੂਨ ਆਪਣੇ ਆਪ ਉੱਠ ਕੇ ਸਾਹਮਣੇ ਆਏਗਾ। ਤੇ ਬਾਬਾ ਅਜੀਤ ਸਿੰਘ ਜੀ ਦਸਮ ਪਿਤਾ ਦੀਆਂ ਅੱਖਾਂ ਦੇ ਸਾਹਮਣੇ ਸ਼ਹਾਦਤ ਪਾਈ। ਸਿੰਘਾਂ ਨੇ ਬਹੁਤ ਕਿਹਾ ਕਿ ਸਾਹਿਬਜ਼ਾਦੇ ਨੂੰ ਨਾ ਭੇਜੋ, ਤੇ ਦਸਮ ਪਿਤਾ ਨੇ ਕਿਹਾ ਤੁਸੀਂ ਸਾਰੇ ਮੇਰੇ ਪੁੱਤਰ ਹੋ, ਮੈਨੂੰ ਕੋਈ ਫਰਕ ਨਹੀਂ ਸਾਹਿਬਜ਼ਾਦਿਆਂ ਵਿੱਚ ਔਰ ਤੁਹਾਡੇ ਵਿੱਚ। ਤੇ ਦਸਮ ਪਿਤਾ ਦੇ ਹੀ ਉਹਦੀ ਦਿਲ ਦੀ ਜੋ ਕਵਿਤਾ ਦੇ ਵਿੱਚ ਉਹਨੇ ਯੋਗੀ ਅੱਲਾ ਯਾਰ ਖਾਨ ਨੇ ਲਿਖਿਆ, ख्वाहिश है तुम्हें तेग चलाते हुए देखें। ਬਾਬਾ ਅਜੀਤ ਸਿੰਘ ਨੂੰ ਕਹਿ ਰਹੇ, ਮੇਰੀ ख्वाहिश ਹੈ ਤੂੰ ਪੂਰੀ ਕਰ ਕਿ ਮੈਂ ਤੈਨੂੰ ਤਲਵਾਰ ਚਲਾਉਂਦੇ ਹੋਏ ਦੇਖਾਂ। हम आंख से बर्छी तुम्हें खाते हुए देखें, ਕਿ ਤੇਰੇ ਤੇ ਤੀਰ ਚੱਲਣ, ਬਰਛੀ ਚੱਲਣ, ਔਰ ਮੈਂ ਆਪਣੀਆਂ ਅੱਖਾਂ ਨਾਲ ਦੇਖਾਂ। ਤੇ ਅੱਗੋਂ ਬਾਬਾ ਅਜੀਤ ਸਿੰਘ ਨੇ ਜਵਾਬ ਦਿੱਤਾ, ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, जीत भी गया तो जीता ना आऊंगा, कि मैं ਇਹਨੂੰ ਕੋਈ ਜਿੱਤ ਨਹੀਂ ਸਕਦਾ, ਔਰ ਅਗਰ ਮੈਂ ਜਿੱਤ ਤੇ ਜਾਣਾ ਹੈ, ਜਿੱਤ ਵੀ ਗਿਆ ਤੇ ਫਿਰ ਮੈਂ ਜਿੰਦਾ ਵਾਪਸ ਨਹੀਂ ਆਵਾਂਗਾ, ਕਿਉਂਕਿ ਇੰਨੇ ਲੱਖਾਂ ਦੀ ਫੌਜ ਹੈ ਔਰ ਉਹਦਾ ਮੁਕਾਬਲਾ ਕਰਨਾ ਹੈ। ਤੇ ਗੁਰੂ ਸਾਹਿਬ ਨੇ ਗੜੀ ਚੋਂ 5-5 ਸਿੰਘ ਜਿਹੜੇ ਸੀ ਉਹਨਾਂ ਨੂੰ ਭੇਜਿਆ ਬਾਹਰ, ਔਰ ਉਹਨਾਂ ਨੇ ਹਜ਼ਾਰਾਂ ਨੂੰ ਮਾਰ ਕੇ ਸ਼ਹਾਦਤ ਪਾਈ। ਔਰ ਐਸੀ ਚਮਤਕਾਰਿਕ ਸੋਚ ਦਿੱਤੀ ਕਿ ਛੋਟਾ ਸਾਹਿਬਜ਼ਾਦਾ, ਜਿਨ੍ਹਾਂ ਦੀ ਉਮਰ ਛੋਟੀ ਹੈ, ਬਾਬਾ ਜੁਝਾਰ ਸਿੰਘ ਜੀ, ਫਿਰ ਉਹਨਾਂ ਨੇ ਕਿਹਾ ਕਿ ਮੈਨੂੰ ਵੀ ਭੇਜੋ। ਤੇ ਗੁਰੂ ਸਾਹਿਬ ਨੇ ਕਿਹਾ ਤੁਹਾਡੀ ਤੇ ਅਜੇ ਛੋਟੇ ਹੋ ਤੁਸੀਂ। ਤੇ ਉਹਨਾਂ ਨੇ ਕਿਹਾ ਨਹੀਂ, ਮੈਨੂੰ ਆਪਣੇ ਭਰਾ ਤੋਂ ਵਿਛੜ ਕੇ ਜੀਣਾ ਨਹੀਂ ਆਂਦਾ, ਮੈਂ ਵੀ ਜਾਣਾ ਚਾਹਨਾ ਦਾਦੇ ਦੀ ਗੋਦ ਵਿੱਚ। ਤੇ ਉਹ ਜਿਹੜਾ ਸੰਕਲਪ ਗੁਰੂ ਸਾਹਿਬ ਨੇ 9 ਸਾਲ ਦੀ ਉਮਰ 'ਚ ਕੀਤਾ ਕਿ ਮੈਂ ਐਸਾ ਖਾਲਸਾ ਬਣਾਵਾਂਗਾ ਜਿਹੜਾ ਲੱਖਾਂ ਦੇ ਵਿੱਚ ਪਹਿਚਾਨਿਆ ਜਾਏਗਾ। चिड़ियों से मैं बाज तुड़ाऊं, गिद्धड़ों को मैं शेर बनाऊं, 1.25 लाख से एक लड़ाऊं, तबे गोबिंद सिंह नाम कहाऊं। ਤੇ ਉਹ 1.25 ਲੱਖ ਨਾਲ ਇੱਕ ਕੋਈ ਕਲਪਨਾ ਨਹੀਂ ਕੀਤੀ, ਕੋਈ ਥਿਊਰੀ ਨਹੀਂ ਦਿੱਤੀ, 1.25 ਲੱਖ ਨਾਲ ਇੱਕ ਇੱਕ ਨੂੰ ਲੜਾ ਕੇ ਦਿਖਾਇਆ। ਤੇ ਜਿਸ ਵੇਲੇ ਛੋਟਾ ਸਾਹਿਬਜ਼ਾਦਾ ਵੀ ਸ਼ਹੀਦੀ ਪਾ ਗਿਆ, ਬਹੁਤ ਕਿਹਾ ਭਾਈ ਦਇਆ ਸਿੰਘ ਜੀ ਨੇ ਕਿ ਇੱਕ ਨੂੰ ਤੇ ਰੱਖ ਲਓ, ਉਹਨਾਂ ਨੇ ਕਿਹਾ ਨਹੀਂ,
मैं इथों सुरखरू होके जाना है। जिस टाइम मैं अमृत दी दात मंगी सी पांच प्यारियां कोलों ते तुसी मैनू कहा सी तुसी की भेटा दिओगे, तां मैं तां उस टाइम ही कहता सी मैं सरबंस वार दियांगा। ते अमृत दी दात ਜਿਹੜੀ ਤੁਸੀਂ ਮੈਨੂੰ ਦਿੱਤੀ, मैं ਉਹਦੇ ਤੇ ਆਪਣਾ ਸਰਬੰਸ ਵਾਰ ਰਿਹਾ। ਤੇ ਉੱਥੇ ਗੁਰੂ ਸਾਹਿਬ ਆਪਣਾ ਕਲਗੀ ਔਰ ਆਪਣੀ ਪੋਸ਼ਾਕ ਭਾਈ ਸੰਗਤ ਸਿੰਘ ਜੀ ਨੂੰ ਦੇ ਕੇ, ਔਰ ਉਸ ਵੇਲੇ ਪੰਜ ਸਿੰਘਾਂ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਤੁਸੀਂ ਗੜੀ ਛੱਡ ਕੇ ਚਲੇ ਜਾਓ, ਕਿਉਂਕਿ ਤੁਸੀਂ ਹੋਰ ਸਾਡੇ ਜੇ ਲੱਖਾਂ ਸਿੱਖ ਬਣਾ ਸਕਦੇ ਹੋ, ਲੇਕਿਨ ਅਸੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਲਿਆਵਾਂਗੇ। ਤੇ ਉਸ ਵੇਲੇ ਗੁਰੂ ਸਾਹਿਬ ਨੇ ਖਾਲਸਾ ਪੰਥ ਨੂੰ ਜਿਹੜਾ ਮਾਨ ਦਿੱਤਾ, ਉਹਨਾਂ ਦੀ ਵਚਨਾਂ ਨੂੰ ਪਾਲਦੇ ਹੋਏ ਗੜੀ ਛੱਡ ਕੇ ਗਏ। ਔਰ ਉਹਨਾਂ ਨੇ ਭਾਈ ਦਇਆ ਸਿੰਘ ਜੀ ਨੂੰ ਕਿਹਾ ਮੈਂ ਗੜੀ ਛੱਡ ਕੇ ਚੋਰੀ ਨਹੀਂ ਨਿਕਲਣਾ, ਕੱਲ ਨੂੰ ਕਹਿਣਗੇ ਚਲੇ ਗਏ, ਛੁਪ ਕੇ ਚਲੇ ਗਏ, ਨਹੀਂ, ਮੈਂ ਤਾੜੀ ਮਾਰ ਕੇ ਮੈਂ ਹੋਕਾ ਦੇ ਕੇ ਜਾਵਾਂਗਾ ਕਿ ਹਿੰਦ ਦਾ ਪੀਰ ਜਾ ਰਿਹਾ ਹੈ, ਜੋ ਕਰਨਾ ਕਰ ਲੋ। ਤੇ ਫਿਰ ਗੁਰੂ ਸਾਹਿਬ ਉੱਥੋਂ ਨਿਕਲੇ। ਔਰ ਜਿਸ ਵੇਲੇ ਗੁਰੂ ਸਾਹਿਬ ਆਨੰਦਪੁਰ ਦੇ ਕਿਲੇ ਚੋਂ, ਆਨੰਦਗੜ੍ਹ ਦੇ ਕਿਲੇ ਚੋਂ ਨਿਕਲੇ, ਤੇ ਇਹ ਜਿਹੜੀ ਸੈਨਾ ਸੀ ਇਹਨਾਂ ਨੇ ਬੜੀ ਨਜ਼ਰ ਰੱਖੀ ਕਿ ਜਿਸ ਵੇਲੇ ਗੁਰੂ ਸਾਹਿਬ ਕਿਲੇ ਚੋਂ ਨਿਕਲਣਗੇ ਅਸੀਂ ਉਸੇ ਵੇਲੇ ਪਕੜ ਲਵਾਂਗੇ। ਲੇਕਿਨ ਗੁਰੂ ਸਾਹਿਬ ਦੀ ਐਸੀ ਵਿਉਂਤ ਸੀ ਕਿ ਉਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿੰਨੀ ਦੇਰ ਕਿ ਗੁਰੂ ਸਾਹਿਬ ਕਿਲੇ ਤੋਂ ਨਿਕਲ ਕੇ ਸਰਸਾ ਦੇ ਕਿਨਾਰੇ ਪਹੁੰਚ ਗਏ। ਤੇ ਇੱਥੇ ਵੀ ਗੁਰੂ ਸਾਹਿਬ ਜਿਸ ਵੇਲੇ ਤਾੜੀ ਮਾਰ ਕੇ ਨਿਕਲੇ ਕਿ ਹਿੰਦ ਦਾ ਪੀਰ ਜਾ ਰਿਹਾ ਰਾਤ ਦੇ ਟਾਈਮ, ਤੇ ਇੰਨੀਆਂ ਭਾਜੜਾਂ ਪੈ ਗਈਆਂ ਉਹਨਾਂ ਨੂੰ ਸਮਝ ਹੀ ਨਹੀਂ ਆਇਆ, ਕਿਉਂਕਿ ਲਾਈਟ ਤੇ ਹੁੰਦੀ ਨਹੀਂ ਸੀ, ਥੋੜੇ ਬਹੁਤ ਮਸ਼ਾਲਾ ਜਲਦੀਆਂ ਸੀ, ਤੇ ਆਪਸ ਵਿੱਚ ਹੀ ਲੜ ਕੇ ਮਾਰ ਕੇ ਕਿ ਗੁਰੂ ਗੋਬਿੰਦ ਸਿੰਘ ਜੀ ਆ ਗਏ, ਗੁਰੂ ਗੋਬਿੰਦ ਸਿੰਘ ਜੀ ਆ ਗਏ, ਆਪਸ ਵਿੱਚ ਲੜ ਕੇ ਆਪਣੀ ਹੀ ਸੈਨਾ ਨੂੰ ਮਾਰ ਲਿਆ। ਤੇ ਉੱਥੋਂ ਗੁਰੂ ਸਾਹਿਬ ਫਿਰ ਮਾਛੀਵਾੜੇ ਦੇ ਜੰਗਲ 'ਚ ਜਾਂਦੇ ਨੇ, ਤੇ ਮਾਛੀਵਾੜੇ ਦੇ ਜੰਗਲ 'ਚ ਜਾ ਕੇ ਟਿੰਡ ਦਾ ਸਰਾਣਾ ਲਗਾ ਕੇ ਨੰਗੇ ਪੈਰ ਉਹ ਵਿਸ਼ਰਾਮ ਕਰਦੇ ਨੇ। ਤੇ ਭਾਈ ਦਇਆ ਸਿੰਘ ਜੀ ਨੇ ਕਿਹਾ, ਜਿਸ ਵੇਲੇ ਉਹ ਗੜੀ ਚੋਂ ਨਿਕਲਣ ਲੱਗੇ, ਤੇ ਭਾਈ ਦਇਆ ਸਿੰਘ ਜੀ ਨੇ ਕਿਹਾ ਕਿ ਤੁਸੀਂ ਪੈਰਾਂ ਦਾ ਜੋੜਾ ਕਿਉਂ ਉਤਾਰ ਕੇ ਜਾ ਰਹੇ ਹੋ, ਇੰਨੀ ਠੰਡ ਹੈ, ਇੰਨੇ ਕੰਡੇ ਹੋਣਗੇ ਰਸਤੇ 'ਚ, ਤੇ ਤੁਸੀਂ ਪੈਰਾਂ ਦਾ ਜੋੜਾ ਵੀ ਉਤਾਰ ਕੇ ਜਾ ਰਹੇ ਹੋ, ਨੰਗੇ ਪੈਰ ਜਾ ਰਹੇ ਹੋ। ਤੇ ਦਸਮ ਪਿਤਾ ਨੇ ਉਸ ਵੇਲੇ ਭਾਈ ਦਇਆ ਸਿੰਘ ਜੀ ਨੂੰ ਕਿਹਾ ਕਿ ਮੈਂ ਜਿਸ ਵੇਲੇ ਇੱਥੋਂ ਨਿਕਲਣਾ ਗੜੀ ਚੋਂ ਬਾਹਰ, ਕਈ ਸਿੰਘਾਂ ਦੇ ਜਿਹੜੇ ਟੁਕੜੇ ਟੁਕੜੇ ਹੋਏ ਨੇ ਜੰਗ ਕਰਦੇ ਹੋਏ, ਤੇ ਕਿਸੇ ਦੇ ਕੇਸਾਂ ਨੂੰ ਮੇਰੇ ਪੈਰ ਨਾ ਲੱਗ ਜਾਣ, ਕਿਸੇ ਦੇ ਸਿਰ ਨੂੰ ਮੇਰੇ ਪੈਰ ਨਾ ਲੱਗ ਜਾਣ। ਇੰਨਾ ਮਾਨ ਗੁਰੂ ਸਾਹਿਬ ਨੇ ਕੇਸਾਂ ਨੂੰ ਦਿੱਤਾ, ਤੇ ਕੇਸਾਂ ਦੀ ਕਿਸੇ ਦੀ ਬੇਦਬੀ ਨਾ ਹੋਏ। ਤੇ ਇਸ ਟਾਈਮ ਇਸ ਵਾਸਤੇ ਮੈਂ ਨੰਗੇ ਪੈਰ ਜਾਣਾ। ਤੇ ਜਿਸ ਵੇਲੇ ਭਾਈ ਦਇਆ ਸਿੰਘ ਜੀ ਬਾਬਾ ਅਜੀਤ ਸਿੰਘ ਔਰ ਬਾਬਾ ਜੁਝਾਰ ਸਿੰਘ ਦੇ ਸਰੀਰ ਤੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਮੈਂ ਕਫਨ ਪਾਣ ਲੱਗਾ, ਮੈਂ ਆਪਣੀ ਪਗੜੀ ਖੋਲ ਕੇ ਮੈਂ ਦੋ ਟੁਕੜੇ ਕਰਕੇ ਇਹਨਾਂ ਤੇ ਪਾਣ ਲੱਗਾ, ਤੇ ਗੁਰੂ ਸਾਹਿਬ ਨੇ ਰੋਕ ਲਿਆ। ਕੋਲੋਂ ਦੀ ਲੰਘੇ ਜਿਸ ਵੇਲੇ ਪੁੱਤਰਾਂ ਦੇ, ਤੇ ਭਾਈ ਦਇਆ ਸਿੰਘ ਨੂੰ ਰੋਕ ਲਿਆ ਕਿ ਤੂੰ ਸ਼ੋਕ ਨਾ ਮਨਾ ਪੁੱਤਰਾਂ ਦਾ, ਤੇ ਇਹ ਸਿਰਫ ਇਹ ਦੋ ਹੀ ਮੇਰੇ ਪੁੱਤਰ ਨਹੀਂ ਨੇ, ਜਿਹੜੇ ਵੀ ਇਸ ਯੁੱਧ ਦੇ ਮੈਦਾਨ 'ਚ ਸ਼ਹੀਦ ਹੋਏ ਨੇ ਸਾਰੇ ਮੇਰੇ ਪੁੱਤਰ ਨੇ, ਤੇ ਜੇ ਸਾਰਿਆਂ ਵਾਸਤੇ ਕਫਨ ਹੈ ਤੇਰੇ ਕੋਲ ਤਾਂ ਪਾਈ। ਬਾਬਾ ਅਜੀਤ ਸਿੰਘ ਔਰ ਬਾਬਾ ਜੁਝਾਰ ਸਿੰਘ ਤੇ ਇੱਕ ਬਹੁਤ ਪਿਆਰੀ ਕਵਿਤਾ ਵੀ ਆਂਦੀ ਹੈ ਕਿ ਠਹਿਰ ਦਇਆ ਸਿੰਘ ਸ਼ੋਕ ਲਾਲਾਂ ਦਾ ਮਨਾਈ ਨਾ, ਲਾਸ਼ਾਂ ਉੱਤੇ ਕਫਨਾਂ ਦੀ ਗੱਲ ਵੀ ਚਲਾਈ ਨਾ, ਪਾਈ ਏ ਸ਼ਹੀਦੀ ਜਿਨ੍ਹਾਂ ਤਨ ਮਨ ਵਾਰੇ ਨੇ, ਸਾਰੇ ਸਿੰਘ ਮੈਨੂੰ ਮੇਰੇ ਪੁੱਤਾਂ ਤੋਂ ਪਿਆਰੇ ਨੇ, ਲਾਸ਼ਾਂ ਵੇਖ ਲਾਲਾਂ ਦੀਆਂ ਐਵੇਂ ਘਬਰਾਈ ਨਾ, ਲਾਸ਼ਾਂ ਉੱਤੇ ਕਫਨਾਂ ਦੀ ਗੱਲ ਵੀ ਚਲਾਈ ਨਾ, ਉੱਡ ਗਈਆਂ ਰੂਹਾਂ ਬਾਕੀ ਮਿੱਟੀ ਦੀਆਂ ਢੇਰੀਆਂ, ਪੈਣੀਆਂ ਸ਼ਹੀਦਾਂ ਦੀਆਂ ਕਬਰਾਂ ਪੈਣੀਆਂ ਸ਼ਹੀਦਾਂ ਦੀਆਂ ਕਦਰਾਂ ਬਤੇਰੀਆਂ, ਲਾਸ਼ਾਂ ਵੇਖ ਲਾਲਾਂ ਦੀਆਂ ਐਵੇਂ ਘਬਰਾਈ ਨਾ, ਲਾਸ਼ਾਂ ਉੱਤੇ ਕਫਨਾਂ ਦੀ ਗੱਲ ਵੀ ਚਲਾਈ ਨਾ। ਕਫਨਾਂ ਦੇ ਵਿੱਚ ਜਦੋਂ ਲਾਸ਼ਾਂ ਲੁਕ ਜਾਣੀਆਂ, ਅਜੀਤ ਤੇ ਜੁਝਾਰ ਦੀਆਂ ਰੂਹਾਂ ਰੁੱਸ ਜਾਣੀਆਂ, ਡੋਲ ਗਿਆ ਬਾਪ ਸਾਡਾ ਪੁੱਤਾਂ ਤੋਂ ਕਹਾਈ ਨਾ, ਲਾਸ਼ਾਂ ਉੱਤੇ ਕਫਨਾਂ ਦੀ ਗੱਲ ਵੀ ਚਲਾਈ ਨਾ। ਤੇ ਕੋਲੋਂ ਨਿਕਲ ਗਏ, ਔਰ ਇੰਨਾ ਪਿਆਰ ਆਪਣੇ ਇੱਕ ਇੱਕ ਸਿੰਘ ਨਾਲ ਗੁਰੂ ਸਾਹਿਬ ਨੇ ਕੀਤਾ। ਔਰ ਕਹਿ ਰਹੇ ਜਿਸ ਵੇਲੇ ਚਮਕੌਰ ਦੀ ਗੜੀ ਵਿੱਚ ਗੁਰੂ ਸਾਹਿਬ ਨੇ ਖਾਲਸੇ ਨੂੰ ਕਿਹਾ, ਜਿਹੜੇ ਵੀ ਸਿੰਘ ਨਾਲ ਸੀ, ਕਿ ਤੁਸੀਂ ਵਿਸ਼ਰਾਮ ਕਰੋ, ਆਰਾਮ ਕਰੋ, ਅੱਜ ਮੈਂ ਪਹਿਰਾ ਦਿਆਂਗਾ। ਮੌਤ ਸਿਰ ਤੇ ਖੜੀ ਏ, ਬਾਹਰ ਇੰਨਾ ਘੇਰਾ ਏ, ਜਰਾ ਜੇ ਸਾਨੂੰ ਕੁਝ ਦੁੱਖ ਹੁੰਦਾ ਅਸੀਂ ਡਿਪਰੈਸ਼ਨ 'ਚ ਚਲੇ ਜਾਂਦੇ ਆ, ਉਸ ਘੜੀ ਵਿੱਚ ਵੀ ਸਿੰਘ ਜਿਹੜੇ ਨੇ ਬੇਫਿਕਰ ਹੋ ਕੇ ਸੋ ਰਹੇ ਨੇ। ਸਵੇਰੇ ਉਹਨਾਂ ਦੇ ਯੁੱਧ ਵਿੱਚ ਕਿਸੇ ਨੇ ਬਚਣਾ ਨਹੀਂ ਹੈ,
ਐਸੀ ਸਥਿਤੀ ਵਿੱਚ ਵੀ ਉਹ ਦਸਮ ਪਿਤਾ ਦੀ ਨਿੱਗੀ ਗੋਦ ਵਿੱਚ ਰਾਤ ਨੂੰ ਸੋ ਰਹੇ ਨੇ। कैसी आत्मिक बल कैसा दिता दसम पिता ने। ते आज छोटी छोटिया गल्लां तो असीं डर जाने आ। और इन्ना प्यार किया दसम पिता ने, किसी दे पैर चूम रहे ने, किसी दा मत्था चूम रहे ने, किसी दे वस्त्र ठीक कर रहे ने। ते पूछया भाई दया सिंह ने कि तुसी पैर भी चूम रहे हो इन्हां दे। ते गुरु साहब ने कहा क्योंकि ये एक एक कदम सच दे वल वध के सच वल चले ने और बहुत कुर्बानियां कीतियां, बहुत इन्हां ने मेरे परमात्मा दे रस्ते ते एक एक कदम चल के इन्हां ने अपनी आत्मा दी बहुत तरक्की कीती है। ते इन्हां दा एक एक श्वास जिहड़ा है परमात्मा दी याद विच बीतिया और कल इन्हां चों किसी ने बचना नहीं। जाना कुर्बान कर देनी है, मौत सामने खड़ी है और इन्ने निडर ने ते इन्हां ने सब कुछ अपना मेरे तो कुर्बान करता। ते गुरु साहब उन्हां नूं प्यार कर रहे ने कि सब कुछ मैं इन्हां नूं दे दियां। ते असीं समझ रहे हां कि अगर साडा दुख दूर हो जाए, साडी तकलीफ दूर हो जाए, तां ते असीं समझांगे कि गुरु साडे नाल है। ते जे सानूं कोई तकलीफ आ गई ते फिर असीं समझने हां कि गुरु गुरु सानूं छड्ड दित्ता गुरु ने, असीं छड्ड के गुरु नूं कोई दूसरा गुरु ढूंढ लैंदे हां जिੱਥੇ साडी तकलीफ दूर हो जाए। नहीं, ਇਹ ਤੇ ਸਿਖਾਇਆ ਹੀ ਨਹੀਂ ਗਿਆ ਸਾਨੂੰ। ਨਿਡਰਤਾ, ਸੱਚ ਦੇ ਮਾਰਗ ਤੇ ਚੱਲਣਾ, ਸਿਧਾਂਤਾਂ ਤੇ ਜਾਨ ਵੀ ਚਲੀ ਜਾਏ ਤੇ ਡਰਨਾ ਨਹੀਂ। कैसा भी दुख आए परमात्मा दा हर पल शुकराना करना। ते वो तां ही होएगा जे असी हर दिन ध्यान करांगे। और पत्री सर ने सानू यह दस किया कि तुसी अपनी उम्र के हिसाब नाल हर दिन ध्यान करो। 1 घंटा पुस्तकां पढ़ो, ग्रंथां दा अध्ययन करो और सज्जन संगत ते करो। ते 3 घंटे जेड़ा बंदा रोज दा अपना नितनेम करेगा ते अपने आप ओदी आत्मा दी तरक्की होएगी। ते असी सिर्फ यही कथा कहानियां ही ना सुनिए, असी उन्हां सिद्धांतां नूं पकड़िए कि सुख दुख तो उत्ते किस तरह उठना है, निडर किस तरह होना है, मौत दा किस तरह मुकाबला करना है। मौत तो डरना नहीं। और वो तां ही होएगा जे साडी आत्मा दा बल वधेगा। जब तक आत्मा दा बल नहीं वधेगा तद तक यह नहीं हो पाएगा। सो इसलिए जो मैनू समझ आई मैं तुहाडे नाल शेयर कीता। ते छोटियां छोटियां गल्लां तो असीं ना डरिए, छोटियां छोटियां गल्लां तो असीं ना घबराइए, ऐ क्यों हो गया, इंज क्यों हो गया, क्योंकि वो सानू रस्ता दिखाया ही नहीं गुरुआं ने। कितने जन्मां दे की कर्म असीं करके आए हां ते गुरुआं ने अपने पिंडे ते इन्ना इन्ना दुख हंडाया कि वो चमत्कार नहीं सी कर सकदे। आज असीं छोटियां छोटियां चीज़ां तो असीं उम्मीद करने हां कि चमत्कार हो जाए, यह भी चमत्कार हो जाए, यह भी एकदम बदल जाए। दसम पिता ने ऐसे ऐसे अगों इतिहास आएगा जिस वेले असीं जन्म दसम पिता दा प्रकाश पुरब मनावांगे कि किन्नी किन्नियां भीड़ां विच सरसा दे किनारे युद्धां दे समय सिखां दी राखी कीती जाके ते कि ਉਹ ਬੱਚਿਆਂ ਨੂੰ ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਸੀ ਬਚਾ ਸਕਦੇ। ਨਹੀਂ, ਉਹਨਾਂ ਨੇ ਜਿਸ ਵੇਲੇ ਉਹ ਸਾਨੂੰ ਸਿਖਾਇਆ ਕਿ ਦੁੱਖ ਵਿੱਚ ਵੀ ਦੁੱਖ ਨਹੀਂ ਹੈ, ਸੁੱਖ ਵਿੱਚ ਵੀ ਸੁੱਖ ਨਹੀਂ ਹੈ। ਜਿਸ ਵੇਲੇ ਆਤਮਾ ਦਾ ਆਨੰਦ ਕਿਸੇ ਨੂੰ ਮਿਲ ਜਾਂਦਾ ਨਾ, ਆਤਮਾ ਉੱਚੀ ਉੱਠ ਜਾਂਦੀ ਹੈ ਤੇ ਉਸ ਵੇਲੇ ਕੋਈ ਸੁੱਖ ਦੁੱਖ ਦਾ ਅਸਰ ਨਹੀਂ ਹੁੰਦਾ। ਉਹਦੇ ਤੋਂ ਉੱਤੇ ਉੱਠਣਾ ਸਿਖਾਇਆ, ਸੁੱਖ ਦੁੱਖ ਵਿੱਚ ਫਸਣਾ ਨਹੀਂ ਸਿਖਾਇਆ। ਭਾਈ ਦਇਆ ਸਿੰਘ ਜੀ ਨੇ ਮਾਛੀਵਾੜੇ ਕਿਹਾ ਦਸਮ ਪਿਤਾ ਨੂੰ कि आनंदपुर नगरी चली गई, सब कुछ चला गया, साहबजादे भी शहीद हो गए, सब कुछ खत्म हो गया। तो दसम पिता ने कहा नहीं, खत्म नहीं होया। जिस अंदर दे आनंद करके बाहर आनंदपुर सी वो अज भी उन्ना ही है। अंदर दा जिहड़ा आनंद सी वही बाहर दिखाई दे रहा सी ते अंदर दा आनंद अज भी उन्ना है, अज भी आनंदपुर ही है। ते असी वो गुरुआं दे दिते होए सिद्धांत नूं पकड़िए ते छोटियां छोटियां गल्लां विच ना उलझिए ते अपने आप नूं, अपनी आत्मा नूं आत्मिक बल पाउण लई हर दिन मेहनत करिए। जो मैनूं समझ आया मैं तुहाडे नाल शेयर कीता। समय ते मैं देखिया नहीं, सो जो भी कोई भुल चुक होए ओदी माफ़ी मंगनी है मैं, क्योंकि बहुत गहरा इतिहास है ते हो जाती गलती, बोलन लग्गियां भी हो जाती है। सो जो भी अच्छा है ਉਹਨੂੰ ਤੁਸੀਂ ग्रहण करो, सिद्धांतां नूं पकड़ो ते हमेशा जीत ही जीत है। गुरु साहब कह रहे ने हार नहीं, सब जीते, सब जीत ही जीते। आत्मा दे स्तर ते हार है ही नहीं है। असी शरीर दे स्तर ते जीविए चाहे मरिए, लेकिन आत्मा दे स्तर ते सदा ही जीवन है, आत्मा नहीं मरती। सो आत्मा दे स्तर ते जीना सीखिए। जो सानू गुरुआं ने सिखाया, जो सानू चमत्कारिक सोच दिती,
ਜੋ ਸਾਨੂੰ ਇਹ ਸਿਖਾਇਆ ਕਿ ਕੈਸੇ ਸ਼ਬਦਾਂ ਦਾ ਇਸਤੇਮਾਲ ਕਰਨਾ ਹੈ। ਔਰ ਅੱਜ ਅਸੀਂ ਵਰਕਸ਼ਾਪ ਸੁਣ ਕੇ ਬੜੇ ਹੈਰਾਨ ਹੁੰਨੇ ਆ, ਇਹ ਸਭ ਕੁਝ ਤੇ ਸਾਨੂੰ ਪਹਿਲੇ ਹੀ ਸਿਖਾਇਆ ਗਿਆ। ਉਸ ਸਿੱਖਿਆ ਨੂੰ ਅਸੀਂ ਗ੍ਰਹਿਣ ਕਰੀਏ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਕੋਈ ਤੁਹਾਡਾ ਪ੍ਰਸ਼ਨ ਹੈ ਤੇ ਤੁਸੀਂ ਕਰੋ।